ਸੁਖਾਂ ਕਾ ਦਾਤਾ ਸਤਿਗੁਰ ਤਾਕੀ ਸ਼ਰਣੀ ਪਾਈਐ, ਤਾਕੀ ਸ਼ਰਣੀ ਪਾਈਐ। ਸਤਿਗੁਰ ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, चिंता लहे हमारी। सर्व सुखा का दाता सतगुर ताकी शरणी पाए। सर्व सुखा का दाता सतगुर ताकी शरणी पाए। दर्शन भेटत होत आनंदा दुख गया हर गाये। सर्व सुखा का दाता सतगुर ताकी शरणी पाए। दर्शन भेटत होत आनंदा दुख गया हर गाये। दुख गया हर गाये। दुख गया हर गाये। हर रस पीवो पाई। हर रस पीवो पाई। हर रस पीवो पाई। हर रस पीवो पाई। नाम जपो नामो आराधो। नाम जपो नामो आराधो। गुरपुरे की शरणाई। गुरपुरे की शरणाई। हर रस पीवो पाई। हर रस पीवो पाई। हर रस पीवो पाई। हर रस पीवो पाई। तिस है प्राप्त जिस तुर लिखिया सोई पूरन पाए। तिस है प्राप्त जिस तुर लिखिया सोई पूरन पाए। नानक की बेनंती प्रभु जी नाम रहा लिवलाए। तिस है प्राप्त जिस तुर लिखिया सोई पूरन पाए। नानक की
ਬੇਨੰਤੀ ਪ੍ਰਭ ਜੀ, ਨਾਮ ਰਹਾਨ ਬੁਲਾਏ, ਨਾਮ ਰਹਾਨ ਬੁਲਾਏ, ਨਾਮ ਰਹਾਨ ਬੁਲਾਏ, ਨਾਮ ਰਹਾਨ ਬੁਲਾਏ। ਹਰ ਰਸ ਪੀਵੋ ਪਾਈ, ਹਰ ਰਸ ਪੀਵੋ ਪਾਈ, ਹਰ ਰਸ ਪੀਵੋ ਪਾਈ, ਹਰ ਰਸ ਪੀਵੋ ਪਾਈ। ਨਾਮ ਜਪੋ ਨਾਮ ਆਰਾਧੋ, ਨਾਮ ਜਪੋ ਨਾਮ ਆਰਾਧੋ, ਨਾਮ ਜਪੋ ਨਾਮ ਆਰਾਧੋ, ਗੁਰਪੁਰੇ ਕੀ ਸ਼ਰਨਾਈ, ਗੁਰਪੁਰੇ ਕੀ ਸ਼ਰਨਾਈ। ਹਰ ਰਸ ਪੀਵੋ ਪਾਈ, 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 ਹਰ ਰਸ ਪੀਵੋ ਪਾਈ। ਵਾਹਿਗੁਰੂ। ਤੇਗ ਬਹਾਦਰ ਸਿਮਰਿਆ, ਕਰ ਨਾਉ ਨਿਦ ਆਵੈ ਤਾਏ, ਸਭ ਥਾਈ ਹੋਇ ਸਹਾਈ, ਸਭ ਥਾਈ ਹੋਇ ਸਹਾਈ। ਤੇਗ ਬਹਾਦਰ ਸਿਮਰਿਆ, ਕਰ ਨਾਉ ਨਿਦ ਆਵੈ ਤਾਏ, ਸਭ ਥਾਈ ਹੋਇ ਸਹਾਈ, ਸਭ ਥਾਈ ਹੋਇ ਸਹਾਈ। ਪ੍ਰਥਮ ਭਗਉਤੀ ਸਿਮਰ ਕੇ, ਗੁਰ ਨਾਨਕ ਲਈ ਧਿਆਏ, ਪ੍ਰਥਮ ਭਗਉਤੀ ਸਿਮਰ ਕੇ, ਗੁਰ ਨਾਨਕ ਲਈ ਧਿਆਏ। ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ, ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਕਰ ਨਾਉ ਨਿਦ ਆਵੈ ਤਾਏ, ਸਭ ਥਾਈ ਹੋਇ ਸਹਾਈ, ਸਭ ਥਾਈ ਹੋਇ ਸਹਾਈ। ਤੇਗ ਬਹਾਦਰ ਸਿਮਰਿਆ, ਕਰ ਨਾਉ ਨਿਦ ਆਵੈ ਤਾਏ, ਸਭ ਥਾਈ ਹੋਇ ਸਹਾਈ, ਸਭ ਥਾਈ ਹੋਇ ਸਹਾਈ, ਸਭ ਥਾਈ ਹੋਇ ਸਹਾਈ, ਹੋਇ ਸਹਾਈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹੋ, ਨਿਹਚਲ ਚੌਰ ਛਤ। ਪੌੜੇ ਵੱਡੇ ਵੱਡਾ ਪਾਰ ਤੇਰਾ ਮਰਤਬਾ, ਰੰਗ ਪ੍ਰਾਗ ਨੇਕਣ ਜਾਪਣ ਕਰਤਵਾ। ਲਿਆ ਅੰਦਰ ਜੀ ਸਭ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਟਰਪਲਾ। ਤੇਰਾ ਕਰ ਆਨੰਦ ਵਧਾਈ ਤੁਧ ਕਰ, ਮਾਲ ਮਹਤਾ ਤੇ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਪ ਕਥਾ, ਨਾਨਕ ਦਾਸ ਦਾਸ ਦੇ ਆਗੇ ਬਿਨਵਤਾ, ਬਿਨਵਤਾ ਬਿਨਵਤਾ।
ਪੌੜੀ ਵਡਿਓਡਾ ਪਾਰ ਤੇਰਾ ਮਰਤਬਾ, ਰੰਗ ਪ੍ਰੰਗ ਅਨੇਕ ਨਾ ਜਾਪਨ ਕਰਤਵਾ। ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ, ਸਭ ਕਿਛ ਤੇਰੇ ਵਸ ਤੇਰਾ ਘਰ ਭਲਾ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦੀਸੈ ਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ ਬਿਨਵਤਾ ਸਲੋ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ। ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੋਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ। ਕੇਤੇ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੇਤੇ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ। ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਕੇ ਨਾਸਕ ਬਿਘਨਨ। ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਕਰ ਜੋਰੀ ਨਮੋ ਕਰ
ਸਿਰਿ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਸਤਿਗੁਰ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਲੀ ਕਾਲ ਨਰ ਤਾਰ ਬੇ ਰੂਪ ਤਰਾ ਕਰਤਾਰ ਨੈ ਮਾਨੁਖ ਸਮ ਜਾਨ ਕੈ ਪਰਮੋ ਹਿਰਦੇ ਮਜਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪੈ ਤਾਂ ਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੱਖੀ ਨੂੰ ਪਰਖਣ ਵਾਸਤੇ ਆਪਣੀ ਲੀਲਾ ਰਚੀ ਹੈ। ਪਹਿਲਾਂ 2 ਵੇਲੇ ਲੰਗਰ ਪੱਕਦਾ ਸੀ। ਹੁਕਮ ਕੀਤਾ ਲਾਂਗਰੀ ਨੂੰ ਇੱਕ ਸਮੇਂ ਲੰਗਰ ਕਰ ਦਿਓ। 8 ਪਹਿਰੀ ਲੰਗਰ ਪੱਕੇ ਤੇ ਵਰਤੇ। ਆਈ ਹੋਈ ਸੰਗਤ ਨੂੰ ਸਿੱਖਾਂ ਨੂੰ ਕਿਹਾ ਕਿ ਖੇਤਾਂ 'ਚ ਹਲ ਵਾਹਿਆ ਕਰੋ, ਸੇਵਾ ਕਰਕੇ ਜੀਵਨ ਸਫਲ ਕਰੋ। ਜਿਹੜੇ ਇਕੱਲੇ ਲੰਗਰ ਦੇ ਪਿਆਰੇ ਸਨ ਉਹ ਤਾਂ ਚਲੇ ਗਏ। ਹੁਕਮ ਹੋਇਆ 2 ਦਿਨਾਂ ਬਾਅਦ ਲੰਗਰ ਤਿਆਰ ਕਰਨਾ ਹੈ। ਫਿਰ ਤਕਰੀਬਨ ਅੱਧੇ ਤੋਂ ਵੱਧ ਸੰਗਤ ਚਲੀ ਗਈ। ਅੱਧੇ ਰਹਿ ਗਏ ਹੱਠ ਕਰਕੇ ਕਿ ਜੋ ਮਰਜ਼ੀ ਹੋ ਜੇ ਅਸੀਂ ਨਹੀਂ ਜਾਣਾ। ਫਸਲ ਪੱਕ ਕੇ ਤਿਆਰ ਹੋ ਗਈ। ਕਟਾ ਕੇ ਸਤਿਗੁਰਾਂ ਨੇ ਜਦੋਂ ਉਹਦਾ ਦੇ ਵੱਡੇ ਵੱਡੇ ਢੇਰ ਲਵਾਏ ਤੇ ਹੁਕਮ ਕੀਤਾ ਇਹਨੂੰ ਅੱਗ ਲਾ ਕੇ ਸਾੜ ਦਿਓ। ਉਦੋਂ ਵੀ ਕਈਆਂ ਦੇ ਮਨ 'ਚ ਭਰਮ ਆਇਆ ਤੇ ਡੋਲ ਗਏ, ਪਰ ਜਿਨ੍ਹਾਂ ਦੇ ਮਨ 'ਚ ਸਮਰਪਣ ਭਾਵ ਸੀ ਉਹਨਾਂ ਆਖਿਆ ਜੇ ਫਸਲ ਗੁਰੂ ਦੀ ਆ, ਉਹ ਕਹਿੰਦੇ ਆ ਸਾੜਨ ਨੂੰ ਤਾਂ ਸਾਡਾ ਕੀ ਜਾਂਦਾ ਹੈ। ਅਗਨ ਲਾ ਕੇ ਜਲਾ ਦਿੱਤੀ। ਸ਼ਿਕਾਰੀ ਦਾ ਧਾਨਕ ਦਾ ਰੂਪ ਬਣਾ ਕੇ ਇੱਕ ਦਿਨ ਸਤਿਗੁਰੂ ਜੀ ਨਗਰ ਤੋਂ ਬਾਹਰ-ਬਾਹਰ ਗਏ ਹਨ।
ਬਹੁਤਿਆਂ ਦੇ ਮਨ 'ਚ ਭਰਮ ਆਇਆ, ਨਗਰ 'ਚ ਹੀ ਰਹਿ ਗਏ, ਇਕੱਲੇ ਭਾਈ ਲਹਿਣਾ ਜੀ ਨਾਲ ਗਏ। ਦੂਰ ਤੱਕ ਜੰਗਲ 'ਚ ਗਏ ਉਜਾੜ ਵਿੱਚ। ਭਾਈ ਲਹਿਣਾ ਜੀ ਨੇ ਆਖਿਆ, ਸਤਿਗੁਰੂ ਇੱਥੇ ਤਾਂ ਹੁਣ ਮੈਂ ਹਾਂ, ਹੋਰ ਕੋਈ ਨਹੀਂ। ਆਪ ਜੀ ਨੇ ਕਿਹੋ ਜਿਹਾ ਸਾਂਗ ਰਚਿਆ, ਕਿਰਪਾ ਕਰੋ, ਦਇਆ ਕਰੋ। ਮਹਾਰਾਜ ਜੀ ਕਹਿੰਦੇ, ਤੂੰ ਕਿਉਂ ਰਹਿ ਗਿਆ, ਤੂੰ ਵੀ ਜਾ, ਤੈਨੂੰ ਹੁਕਮ ਹੈ ਸਾਡਾ। ਭਾਈ ਲਹਿਣਾ ਜੀ ਜਦੋਂ ਥੋੜਾ ਜਿਹਾ ਟੁਰੇ ਤੇ ਮਹਾਰਾਜ ਜੀ ਨੇ ਆਖਿਆ, ਪਿੱਛੇ ਨਾ ਮੁੜ ਕੇ ਵੇਖੀ, ਦੌੜਿਆ ਜਾ ਇੱਥੋਂ। 7 ਬਚਨ ਕਹਿ ਕੇ ਭਾਈ ਲਹਿਣਾ ਜੀ ਨਗਰ ਵੱਲ ਆਏ। ਅੱਗੇ ਸੰਗਤ ਸਿੱਖ ਇਕੱਠੇ ਹੋ ਕੇ ਬੈਠੇ, ਉਹਨਾਂ ਵਿੱਚ ਆ ਕੇ ਗੱਲਬਾਤ ਭਾਈ ਲਹਿਣਾ ਜੀ ਕਰ ਰਹੇ ਨੇ। ਉਹਨਾਂ ਸਾਰੇ ਸਿੱਖਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸਰਵਣ ਕਰਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੀਏ। ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਲੀ ਕਾਲ ਨਰ ਤਾਰ ਬੇ, ਰੂਪ ਤਰਾ ਕਰਤਾਰ। ਭਾਈ ਲਹਿਣਾ ਜੀ ਸਿੱਖਾਂ ਨੂੰ, ਸਾਰਿਆਂ ਨੂੰ, ਸੰਗਤ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ। ਆਖਿਆ, ਹੇ ਗੁਰੂ ਕੇ ਸਿੱਖੋ, ਕਲੀ ਕਾਲ ਦੇ ਜੀਵਾਂ ਦੇ ਪਾਰ ਉਤਾਰੇ ਵਾਸਤੇ, ਕਲੀ ਕਾਲ ਦੇ ਜੀਵਾਂ ਨੂੰ ਪਾਰ ਉਧਾਰਨ ਲਈ ਨਿਰੰਕਾਰ ਅਕਾਲ ਪੁਰਖ ਨੇ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਵਿੱਚ ਪ੍ਰਕਾਸ਼ ਧਾਰਨ ਕੀਤਾ ਹੈ। ਨੈ ਮਾਨੁਖ ਸਮ ਜਾਣ ਕੈ, ਭਰਮੋ ਹਿਰਦੇ ਮਜਾਰ। ਉਹਨਾਂ ਨੂੰ ਤੁਸੀਂ ਮਾਨਖ ਰੂਪ ਕਰਕੇ ਨਾ ਜਾਣੋ। ਮਾਨਖ ਰੂਪ ਧਾਰਨ ਕਰਕੇ ਉਹ ਆਏ ਹਨ, ਪਰ ਉਹ ਮਾਨਵ ਰੂਪ ਨਹੀਂ ਹਨ, ਆਪ ਪਰਮੇਸ਼ਵਰ ਨੇ। ਮਾਨਖ ਰੂਪ ਜਾਣ ਕੇ ਤੁਸੀਂ ਆਪਣੇ ਮਨ ਵਿੱਚ ਭਰਮੋ ਨਾ, ਹਿਰਦੇ 'ਚ ਭਰਮ ਨਾ ਕਰੋ। ਚੌਪਈ ਸ਼੍ਰੀ ਪਰਮੇਸ਼ਰ ਕੇ ਅਵਤਾਰਾ। ਗੁਰੂ ਨਾਨਕ ਸਾਹਿਬ ਸਵੈੰ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਹਨ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਪਾਰ ਬ੍ਰਹਮ ਪਰਮੇਸ਼ਰ ਨੇ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਵਿੱਚ ਅਵਤਾਰ ਧਾਰਨ ਕੀਤਾ ਹੈ। ਅਪਰ ਨ ਲਖੋ ਸੁਮੁਖ ਉਦਾਰਾ। ਪਰਮੇਸ਼ਰ ਤੋਂ ਵੱਖਰਾ ਕਰਕੇ ਨਾ ਜਾਣੋ ਉਹਨਾਂ ਨੂੰ। ਗੁਰੂ ਨਾਨਕ ਸਾਹਿਬ ਮੁਕਤੀ ਦੇ ਦਾਤੇ ਹਨ, ਉਹਨਾਂ ਤੋਂ ਬਿਨਾਂ ਸਾਡੀ ਬੰਦ ਖਲਾਸੀ ਨਹੀਂ ਹੋਣੀ। ਉਹੀ ਸਾਡੀ ਮੁਕਤੀ ਕਰਨ ਵਾਲੇ ਮੁਕਤੀ ਦਾਤੇ ਹਨ। ਸਰਬ ਨਰਨ ਕੋ ਪਰਖਨ ਹੀਤਾ। ਉਹਨਾਂ ਨੇ ਸਾਡੇ ਸਾਰਿਆਂ ਦੀ ਪਰਖ ਕਰਨ ਵਾਸਤੇ, ਕਿਉਂਕਿ ਗੁਰੂ ਆਪਣੇ ਸੇਵਕਾਂ ਨੂੰ, ਆਪਣੇ ਸਿੱਖਾਂ ਨੂੰ ਪਰਖਦਾ ਹੈ, ਸਾਡੇ ਸਾਰਿਆਂ ਦੀ ਪਰਖ ਕਰਨ ਵਾਸਤੇ। ਹਠਿਓ ਸਾੰਗ ਬੇਦੀ ਕੁਲ ਕੇਤਾ। ਬੇਦੀਆਂ ਦੀ ਕੁਲ ਦੇ ਕੇਤੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਾਰਾ ਸਾਂਗ ਰਚਿਆ ਸਾਡੀ ਪਰਖ ਕਰਨ ਲਈ। ਉਹਨਾਂ ਨੇ ਸਾਰੇ ਨਰਾਂ ਦੀ ਪਰਖ ਕਰਨ ਵਾਸਤੇ ਇਹੋ ਜਿਹਾ ਸਾਂਗ ਆਰੰਭਿਆ ਹੈ। ਹਮ ਤੁਮ ਵੇਚਿਓ ਜੀਵ ਅਗਾਰੀ। ਐ ਗੁਰੂ ਕੇ ਸਿੱਖੋ, ਆਪਾਂ ਤਾਂ ਆਪਣਾ ਜੀੜਾ ਗੁਰੂ ਸਾਹਿਬ ਦੇ ਅੱਗੇ ਵੇਚਿਆ ਹੋਇਆ। ਅਸੀਂ ਆਪਣਾ ਆਪ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਵੇਚਿਆ ਹੋਇਆ। ਪਾਤਸ਼ਾਹ ਦੇ ਚਰਨਾਂ ਵਿੱਚ ਮਨ ਵੇਚਣਾ ਚਾਹੀਏ। ਸਿੱਖ ਨੂੰ ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਆਪਣਾ ਇਹ ਮਨ, ਆਪਣਾ ਇਹ ਜੀੜਾ ਆਪਾਂ ਗੁਰੂ ਅੱਗੇ ਵੇਚਿਆ ਹੋਇਆ ਹੈ। ਚਾਹੇ ਰਾਖੇ ਭਾਵੇਂ ਮਾਰੀ। ਹੁਣ ਇਹ ਗੁਰੂ ਦੀ ਮਰਜ਼ੀ ਹੈ ਕਿ ਉਹ ਭਾਵੇਂ ਰੱਖਣ ਤੇ ਭਾਵੇਂ ਮਾਰਨ। ਜਦੋਂ ਆਪਣਾ ਆਪ ਉਹਨਾਂ ਅੱਗੇ ਵੇਚ ਹੀ ਦਿੱਤਾ ਹੈ, ਫਿਰ ਹੁਣ ਵੇਚੀ ਹੋਈ ਵਸਤੂ ਤੇ ਸਾਡਾ ਕਾਹਦਾ ਹੱਕ। ਉਹਨੂੰ ਗੁਰੂ ਸਾਹਿਬ ਰੱਖਣ ਚਾਹੇ ਮਾਰਨ, ਇਹ ਗੁਰੂ ਦੀ ਮਰਜ਼ੀ ਹੈ। ਜਿਨ ਕੋ ਦੇ ਚੁਕੇ ਸਰਬੰਸਾ। ਜਿਨ੍ਹਾਂ ਨੂੰ ਅਸੀਂ ਆਪਣਾ ਸਭ ਕੁਝ ਹੀ ਦੇ ਚੁੱਕੇ ਹਾਂ। ਸਰਬੰਸਾ ਦਾ ਮਤਲਬ ਹੁੰਦਾ ਵੀ ਸਭ ਕੁਝ, ਤਨ ਮਨ ਧਨ ਸਭ ਸੌਂਪ ਗੁਰ ਕੋ। ਜਿਨ੍ਹਾਂ ਅੱਗੇ ਅਸੀਂ ਆਪਣਾ ਸਾਰਾ ਕੁਝ ਹੀ ਭੇਟ ਕਰ ਚੁੱਕੇ ਹਾਂ। ਪੁਨ ਤਿਨ ਕੀ ਕ੍ਰਿਤ ਮੈਂ ਕਿਆ ਸੰਸਾ। ਫਿਰ ਉਹਨਾਂ ਦੀ ਕੀਤੀ ਕ੍ਰਿਤ ਵਿੱਚ ਕਿਉਂ ਸੰਸਾ ਕਰੀਏ। ਜਿਨ੍ਹਾਂ ਅੱਗੇ ਸਭ ਕੁਝ ਹੀ ਭੇਟ ਕਰ ਬੈਠੇ ਆ,
ਉਹਨਾਂ ਦੀ ਕੀਤੀ ਕਿਰਤ ਦੇ ਉੱਤੇ ਫਿਰ ਸੰਸਾ ਕਿਉਂ ਕਰੀਏ, ਕਿਉਂ ਸੰਦੇਹ ਕਰੀਏ ਗੁਰੂ ਸਾਹਿਬ ਜੀ ਦੀ ਕਰਨੀ ਤੇ। ਅਬ ਜੇ ਸ੍ਰੀ ਗੁਰ ਇਤ ਦਿਸ਼ ਆਵੇਂ। ਸਿੱਖੋ ਹੁਣ ਸਤਿਗੁਰੂ ਜੀ ਵਾਪਸ ਆਉਣਗੇ ਇੱਧਰ, ਤੇ ਸੰਗਤ ਜੀ ਜਦੋਂ ਹੁਣ ਸਤਿਗੁਰੂ ਜੀ ਇਸ ਪਾਸੇ ਚੱਲ ਕੇ ਆਵਣ, ਔਰ ਸੰਗ ਕਰਕੇ ਦਿਖਰਾਵੇਂ। ਹੋ ਸਕਦਾ ਹੈ ਕਿ ਉਹ ਇੱਥੇ ਆ ਕੇ ਕੋਈ ਹੋਰ ਸਾਂਗ ਕਰਨ, ਕੋਈ ਹੋਰ ਸਾਂਗ ਵਰਤਾਨ, ਇਹ ਉਹਨਾਂ ਦੀ ਲੀਲਾ ਹੈ, ਇਸ ਕਰਕੇ ਉਹ ਆਉਣਗੇ। ਭਰਮੋ ਨੇ ਕੈਸੀ ਵਿਦ ਹੋਏ। ਕੁਝ ਹੋ ਜਾਏ ਤੁਸੀਂ ਭਰਮਣਾ ਨਹੀਂ, ਉਹ ਕੋਈ ਵੀ ਸਾਂਗ ਰਚ ਸਕਦੇ ਨੇ, ਆ ਕੇ ਕੋਈ ਵੀ ਲੀਲਾ ਕਰ ਸਕਦੇ ਨੇ, ਪਰ ਤੁਸੀਂ ਕਿਸੇ ਪ੍ਰਕਾਰ ਨਾਲ ਮਨ 'ਚ ਭਰਮ ਨਹੀਂ ਕਰਨਾ। ਉਹਨਾਂ ਦੀ ਕੋਈ ਵੀ ਕਰਨੀ ਵੇਖ ਕੇ ਆਪਣੇ ਮਨ 'ਚ ਨਹੀਂ ਭਰਮਣਾ। ਸੀਸ ਜਾਏ ਜਾਵਨ ਦਿਓ ਸੋਏ। ਜੇ ਇਹ ਸਿਰ ਵੀ ਦੇਣਾ ਪੈ ਜਾਏ, ਇਹ ਸਿਰ ਵੀ ਜਾਵੇ ਤਾਂ ਜਾਣ ਦਿਓ, ਪਰ ਗੁਰੂ ਕੀ ਸਿੱਖੀ ਭਰੋਸੇ ਸਹਿਤ ਨਿਭਾਇਓ। ਜੇ ਇਹ ਸਿਰ ਜਾਣਾ ਚਾਹੇ ਨਾ, ਜੇ ਗੁਰੂ ਸਾਹਿਬ ਇਹ ਸਿਰ ਲੈਣ, ਇਹ ਦੇਣਾ ਵੀ ਪੈ ਜਾਏ ਤਾਂ ਇਹਨੂੰ ਜਾਣ ਦਿਓ। ਭਾਈ ਆਦ ਤੇ ਪਰਖਨ ਰੀਤੀ। ਇਹ ਤਾਂ ਮੁੱਢ ਕਦੀਮੀ ਗੁਰੂ ਪੀਰਾਂ ਦਾ ਸੁਭਾਅ ਰਿਹਾ ਹੈ, ਉਹ ਆਪਣੇ ਸੇਵਕਾਂ ਨੂੰ ਪਰਖਦੇ ਰਹੇ ਨੇ। ਸਤਿਗੁਰੂ ਜੀ ਨੇ ਵੀ ਸਾਡੀ ਪਰਖ ਕੀਤੀ ਹੈ। ਸ੍ਰੀ ਗੁਰ ਏ ਕਛ ਨਹੀਂ ਨਾ ਕੀਤੀ। ਸਤਿਗੁਰੂ ਜੀ ਨੇ ਇਹ ਕੁਝ ਨਵਾਂ ਨਹੀਂ ਕੀਤਾ, ਉਹਨਾਂ ਨੇ ਜੋ ਕੀਤਾ ਹੈ ਉਹ ਭਲਾ ਹੀ ਕੀਤਾ ਸਾਡਾ। ਉਹਨਾਂ ਨੇ ਕੁਝ ਨਵਾਂ ਨਹੀਂ ਕੀਤਾ, ਪਹਿਲਾਂ ਵੀ ਗੁਰੂ ਆਪਣੇ ਸੇਵਕਾਂ ਤੇ ਸਿੱਖਾਂ ਨੂੰ ਪਰਖਦੇ ਰਹੇ ਨੇ। ਗਾਦ ਤਨੇ ਪਰਖਿਓ ਹਰ ਚੰਦਾ। ਕਹਿੰਦੇ ਜਿਵੇਂ ਗਾਦ ਤਨੈ, ਗਾਦ ਤਨੈ ਕਹਿੰਦੇ ਆ ਵਿਸ਼ਵਾਮਿੱਤਰ ਨੂੰ, ਇਹ ਗਾਦ ਦੇ ਪੁੱਤਰ ਸਨ। ਵਿਸ਼ਵਾਮਿੱਤਰ ਨੇ ਹਰੀ ਚੰਦ ਦੀ ਪਰਖ ਕਰਨ ਵਾਸਤੇ ਵੇਖੋ ਕਿੱਡੀ ਕਸਵੱਟੀ ਲਾਈ ਸੀ ਕਿ ਰਾਜੇ ਹਰੀ ਚੰਦਰ ਨੂੰ ਬਨਾਰਸ ਵਿੱਚ ਹਰੀਸ਼ ਚੰਦਰ ਘਾਟ ਦੇ ਉੱਤੇ ਮੁਰਦੇ ਸਾੜਨੇ ਪਏ ਸੀ, ਆਪਣੇ ਪੁੱਤਰ ਨੂੰ ਸਾੜਨ ਵਾਸਤੇ ਵੀ ਪੈਸੇ ਲਏ ਸਨ। ਕਿੰਨੀ ਵੱਡੀ ਕਸਵੱਟੀ ਸੀ। ਕਹਿੰਦੇ ਵਿਸ਼ਵਾਮਿੱਤਰ ਨੇ ਆਪਣੇ ਸੇਵਕ ਹਰੀ ਚੰਦਰ ਨੂੰ ਕਿਵੇਂ ਪਰਖਿਆ ਸੀ। ਸਤ ਨ ਡਿਗਿਓ ਲਿਓ ਪਰਮੇ ਆਨੰਦਾ। ਹਰੀ ਚੰਦਰ ਰਾਜੇ ਦਾ ਸਤ ਨਹੀਂ ਸੀ ਡੋਲਿਆ, ਉਹ ਆਪਣੇ ਗੁਰੂ ਦੀ ਪਰਖ ਦੇ ਉੱਤੇ ਖਰਾ ਉਤਰਿਆ ਸੀ। ਹੇਤ ਕਪੋਤ ਮਾਸ ਨਿਜ ਦੀਨਾ। ਫਿਰ ਇਸੇ ਤਰ੍ਹਾਂ ਇੱਕ ਹੋਰ ਫਕੀਰ ਹੋਇਆ ਜਿਹਨੂੰ ਸ਼ਿਵੀ ਰਾਜਾ ਕਹਿੰਦੇ ਨੇ। ਸ਼ਿਵੀ ਰਾਜੇ ਨੇ ਕਬੂਤਰ ਵਾਸਤੇ ਆਪਣੇ ਤਨ ਦਾ ਮਾਸ ਕੱਟ ਕੇ ਦਿੱਤਾ ਸੀ। ਤ੍ਰਿਤ ਤਰ ਤਨ ਨ੍ਰਿਪ ਪਦ ਸੁਖ ਲੀਨਾ। ਔਰ ਧੀਰਜ ਧਾਰਨ ਕਰਕੇ ਰਾਜੇ ਸ਼ਿਵੀ ਨੇ ਰਾਜ ਪਦਵੀ ਨੂੰ ਪ੍ਰਾਪਤ ਕੀਤਾ। ਮੋਰ ਤੁਜ ਨ੍ਰਿਪ ਭਗਤ ਮਤ ਪੀਨੀ। ਫਿਰ ਮੋਰਧੁਜ ਨਾਮਕ ਰਾਜਾ ਸੀ ਜਿਹਨੇ ਭਗਤੀ ਵਿੱਚ ਆਪਣੀ ਮਤ ਭਗੋਈ ਹੋਈ ਸੀ। ਸਹੀ ਕਸੋਟੀ ਜੋ ਪ੍ਰਭ ਦੀਨੀ। ਉਹਨੂੰ ਜਿਹੜੀ ਕਸਵੱਟੀ ਮਿਲੀ ਉਹਨੇ ਉਸ ਕਸਵੱਟੀ ਨੂੰ ਚੱਲਿਆ, ਉਸ ਕਸਵੱਟੀ ਦੇ ਉੱਤੇ ਉਹ ਖਰਾ ਉਤਰਿਆ। ਏਦਾਂ ਪਹਿਲਾਂ ਵੀ ਭਾਈ ਲਹਿਣਾ ਜੀ ਦੱਸ ਰਹੇ ਨੇ ਕਿ ਪਹਿਲਾਂ ਵੀ ਏਦਾਂ ਗੁਰੂ ਪੀਰ ਮਹਾਂਪੁਰਸ਼ ਰਿਸ਼ੀ ਮੁਨੀ ਆਪਣਿਆਂ ਸੇਵਕਾਂ ਨੂੰ ਕਸਵੱਟੀਆਂ ਲਾ ਕੇ ਪਰਖਦੇ ਰਹੇ ਨੇ। ਤੋ ਗੁਰੂ ਨਾਨਕ ਸਾਹਿਬ ਵੀ ਸਾਡੀ ਪਰਖ ਕਰ ਰਹੇ ਨੇ। ਤੁਸੀਂ ਡੋਲੋ ਨਹੀਂ, ਭਰਮੋ ਨਹੀਂ, ਮਨ 'ਚ ਭਰੋਸਾ ਨਿਸ਼ਚਾ ਤੇ ਸ਼ਰਧਾ ਰੱਖੋ। ਔਰ ਕਥਾ ਕਹਿ ਬੋ ਸਮਝਾਏ। ਇਸ ਤਰ੍ਹਾਂ ਭਾਈ ਲਹਿਣਾ ਜੀ ਨੇ ਬਹੁਤ ਸਾਰੀਆਂ ਕਥਾਵਾਂ ਸੁਣਾ ਕੇ ਸਾਰੀ ਸੰਗਤ ਨੂੰ ਸਮਝਾਇਆ ਹੈ। ਤੀਨ ਮਹੂਰਤ ਜਬੇ ਬਿਤਾਏ। ਇਸੇ ਤਰ੍ਹਾਂ ਖਾਲਸਾ ਜੀ ਜਦੋਂ 3 ਕ ਮਹੂਰਤ ਯਾਨੀ ਕਿ 3 ਕ ਘੜੀਆਂ ਦਾ ਸਮਾਂ ਬੀਤ ਗਿਆ ਤੈਂ ਛਿਨ ਚੱਲ ਆਏ ਸ਼੍ਰੀ ਨਾਨਕ। ਤੇ 3 ਘੜੀਆਂ ਦਾ ਸਮਾਂ ਬੀਤ ਗਿਆ ਬੈਠਿਆਂ। 6 ਘੜੀਆਂ, 2 ਘੜੀਆਂ ਦਾ ਇੱਕ ਮਹੂਰਤ ਕਿਹਾ ਜਾਂਦਾ ਹੈ। 6 ਘੜੀਆਂ ਬੀਤ ਗਈਆਂ ਤਾਂ ਇੰਨੇ ਨੂੰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਵਾਪਸ ਆਏ ਨਗਰ ਵੱਲ। ਉੱਠੇ ਸਿੱਖ ਅਵਲੋਕੇ ਅਚਾਨਕ। ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ, ਜਿੰਨੇ ਸਿੱਖ ਭਾਈ ਲਹਿਣਾ ਜੀ ਦੇ ਸਮੇਤ ਬੈਠੇ ਸਨ, ਸਾਰਿਆਂ ਨੇ ਉੱਠ ਕੇ ਸਤਿਗੁਰਾਂ ਦਾ ਅਦਬ ਕਰਨ ਲਈ, ਸਤਿਕਾਰ ਕਰਨ ਲਈ ਉੱਠ ਕੇ ਸਨਮਾਨ ਕੀਤਾ। ਬੰਦੇ ਹਾਥ ਬੰਦਨਾ ਕਰਹੀਂ। ਸਭ ਨੇ ਹੱਥ ਜੋੜੇ, ਬੜੇ ਅਦਬ ਸਤਿਕਾਰ ਸਹਿਤ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੋਹਣੇ ਪਵਿੱਤਰ ਚਰਨਾਂ ਤੇ ਬੰਦਨਾ ਕਰਨ ਲੱਗੇ। ਪੈ ਅਚਰਜ ਯੁਤ ਬਚਨਾ ਉਚਰਹੀਂ। ਹੁਣ ਜਿੰਨੇ ਸਿੱਖ ਸਨ ਉਹ ਸਭ ਡਰੇ ਹੋਏ ਨੇ, ਸਭ ਦੇ ਮਨ 'ਚ ਭੈ ਹੈ।
ਤੇ ਸਤਿਗੁਰਾਂ ਦੇ ਭੈ ਵਿੱਚ ਕੋਈ ਕੁਝ ਬੋਲ ਨਹੀਂ ਰਿਹਾ, ਸਾਰੇ ਚੁੱਪ ਤੇ ਸ਼ਾਂਤ ਹਨ। ਗੁਰ ਕੇ ਕਟ ਮੈਂ ਤਾਂਬਰ ਕੁਪੀਨੰ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੇੜ ਇੱਕ ਧੋਤੀ ਜਿਹੜੀ ਆ ਚਾਦਰਾ ਉਹ ਪਾਤਸ਼ਾਹ ਜੀ ਨੇ ਬੱਧਾ ਹੋਇਆ। ਕੁਲੈ ਸੀਸ ਪਰ ਕੁਤਕਾ ਲੀਨੰ। ਸੀਸ ਉੱਤੇ ਮਹਾਰਾਜ ਜੀ ਦੇ ਉੱਚੀ ਕੁਲਹ ਹੈ ਔਰ ਪਾਤਸ਼ਾਹ ਜੀ ਨੇ ਹੱਥ ਵਿੱਚ ਇੱਕ ਮੋਟਾ ਸੋਟਾ ਪਕੜਿਆ ਹੋਇਆ ਹੈ। ਔਰ ਦਕੂਲ ਨਾ ਉਪਰ ਕੋਈ। ਬਸ ਇਹੀ ਬਸਤਰ ਨੇ ਤਨ ਤੇ, ਹੋਰ ਕੋਈ ਬਸਤਰ ਨਹੀਂ। ਜਿਨ ਬੋ ਨਰ ਕੀ ਦੁਰਮਤ ਖੋਈ। ਐਸੇ ਸਤਿਗੁਰੂ ਜੀ ਜਿਨ੍ਹਾਂ ਨੇ ਬਹੁਤਿਆਂ ਨਰਾਂ ਦੀ ਖੋਟੀ ਮਤ ਦੂਰ ਕੀਤੀ ਹੈ, ਬਹੁਤਿਆਂ ਦੀ ਦੁਰਮਤ ਦੂਰ ਕਰਕੇ ਸਦ ਬੁੱਧੀ ਤੇ ਸੁਮਤ ਦਾ ਦਾਨ ਬਖਸ਼ ਕੇ ਨਿਵਾਜਿਆ ਹੈ। ਜਬ ਸਿੱਖ ਚਰਨਨ ਪਰ ਸਿਰ ਤਾਰੇ। ਜਦੋਂ ਸਿੱਖ ਵਾਰੀ-ਵਾਰੀ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਸੀਸ ਰੱਖ ਕੇ ਮੱਥਾ ਟੇਕਦੇ ਹਨ, ਕੁਤਕਾ ਏਕ ਪੀਠ ਮੈਂ ਮਾਰੇ। ਜਿਹੜਾ ਆ ਕੇ ਮੱਥਾ ਟੇਕਦਾ ਸਤਿਗੁਰਾਂ ਨੂੰ ਮਹਾਰਾਜ ਜੀ ਜ਼ੋਰ ਨਾਲ ਉਹਦੀ ਪਿੱਠ ਤੇ ਸੋਟਾ ਮਾਰਦੇ। ਜਿਹੜਾ ਆ ਕੇ ਮੱਥਾ ਟੇਕਦਾ ਹੱਥ ਵਿੱਚ ਸੋਟਾ ਫੜਿਆ ਪਾਤਸ਼ਾਹ ਨੇ, ਉਹ ਸੋਟਾ ਪਿੱਠ ਤੇ ਮਾਰਦੇ ਹਨ। ਅਚਰਜ ਪਈ ਤੂਸ਼ਨੀ ਠਾਨੀ। ਸਾਰੇ ਚੁੱਪ ਨੇ, ਅਚਰਜ ਨੇ, ਹੈਰਾਨ ਨੇ, ਪਤਾ ਨਹੀਂ ਸਤਿਗੁਰੂ ਜੀ ਕੀ ਕਰ ਰਹੇ ਨੇ। ਅਲਖ ਗਤੀ ਕੁਛ ਜਾਏ ਨਾ ਜਾਣੀ। ਮਹਾਰਾਜ ਜੀ ਦੀ ਨਾ ਲਖੀ ਜਾਣ ਵਾਲੀ ਗੱਤ ਹੈ, ਜਿਹੜੀ ਜਾਣੀ ਨਹੀਂ ਜਾਂਦੀ ਸਿੱਖਾਂ ਕੋਲੋਂ। ਖਾਲਸਾ ਜੀ ਪੰਥ ਦੇ ਬੜੇ ਵੱਡੇ ਮਹਾਨ ਪ੍ਰਸਿੱਧ ਵਿਦਵਾਨ ਡਾਕਟਰ ਹੋਏ ਡਾਕਟਰ ਤਾਰਨ ਸਿੰਘ ਜੀ। ਪੰਜਾਬੀ ਯੂਨੀਵਰਸਿਟੀ ਵਿੱਚ ਬੜੀਆਂ ਭਾਰੀਆਂ ਸੇਵਾਵਾਂ ਕੀਤੀਆਂ, ਬਹੁਤ ਸਾਰੀਆਂ ਪੁਸਤਕਾਂ ਡਾਕਟਰ ਤਾਰਨ ਸਿੰਘ ਹੋਣਾ ਨੇ ਲਿਖੀਆਂ। ਭਾਵੇਂ ਕਿ ਸੰਸਾਰੀ ਵਿਦਿਆ ਵਿੱਚ ਉਹ ਡਾਕਟਰ ਨੇ, ਪਰ ਉਹ ਕਿਸੇ ਸਤਿਪੁਰਸ਼ ਤੋਂ ਘੱਟ ਨਹੀਂ ਸਨ। ਉਹਨਾਂ ਨੇ ਲਿਖਿਆ ਹੈ ਇੱਕ ਜਗ੍ਹਾ ਤੇ, ਉਹ ਕਹਿੰਦੇ ਸਿੱਖ ਗੁਰੂ ਦੀ ਗੱਤ ਨਹੀਂ ਜਾਣ ਸਕਦਾ, ਤੇ ਜਿਹੜਾ ਸਿੱਖ ਗੁਰੂ ਦੀ ਗੱਤ ਜਾਣ ਲੈਂਦਾ ਹੈ ਉਹ ਭਾਈ ਲਹਿਣੇ ਤੋਂ ਗੁਰੂ ਅੰਗਦ ਹੋ ਜਾਂਦਾ ਹੈ। ਸਿੱਖ ਗੁਰੂ ਦੀ ਗੱਤ ਨਹੀਂ ਜਾਣ ਸਕਦਾ, ਜਿਹੜਾ ਸਿੱਖ ਗੁਰੂ ਦੀ ਗੱਤ ਜਾਣ ਲੈਂਦਾ ਉਹ ਫਿਰ ਗੁਰੂ ਰੂਪ ਹੋ ਜਾਂਦਾ, ਜਿਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ। ਪਰ ਜਦੋਂ ਤੱਕ ਸਿੱਖ ਸਿੱਖ ਹੈ ਉਦੋਂ ਤੱਕ ਉਹਨੇ ਇਹੀ ਕਹਿਣਾ ਤੁਮਰੀ ਗਤ ਮਿਤ ਤੁਮ ਹੀ ਜਾਣੀ। ਇੱਥੇ ਮਹਾਕਵੀ ਜੀ ਲਿਖ ਰਹੇ ਨੇ ਕਿ ਸਤਿਗੁਰਾਂ ਦੀ ਗੱਤ ਅਲੱਖ ਹੈ, ਲਖੀ ਨਹੀਂ ਜਾਂਦੀ। ਸਭ ਹੈਰਾਨੀ ਨਾਲ ਵੇਖ ਰਹੇ ਨੇ। ਸਭ ਕੇ ਇਸੀ ਪ੍ਰਕਾਰ ਪ੍ਰਹਾਰੇ। ਕਹਿੰਦੇ ਜਿਹੜਾ ਮੱਥਾ ਟੇਕਦਾ ਮਹਾਰਾਜ ਜੀ ਜ਼ੋਰ ਨਾਲ ਉਹਦੀ ਪਿੱਠ ਤੇ ਸੋਟਾ ਮਾਰਦੇ ਹਨ। ਬੋਰੋ ਸ਼੍ਰੀ ਮੁਖ ਬਚਨੀ ਉਚਾਰੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮੁਖੋਂ ਬਚਨ ਉਚਾਰਦੇ ਹਨ। ਦੋਹਰਾ ਕਿਉਂ ਬੈਠੇ ਤੁਮ ਕੌਣ ਹੋ, ਗਮਨੋ ਨਿਜ ਨਿਜ ਥਾਏ। ਮਹਾਰਾਜ ਜੀ ਜਿੰਨੇ ਸਿੱਖ ਸੀ ਨਾ ਉੱਥੇ ਬੈਠੇ, ਮਹਾਰਾਜ ਜੀ ਕਹਿੰਦੇ ਕੌਣ ਹੋ ਬਈ ਤੁਸੀਂ, ਕਿਉਂ ਬੈਠੇ ਹੋ ਇੱਥੇ, ਜਿੱਥੋਂ ਆਇਓ ਜਿਹੜੀ ਜਿਹੜੀ ਥਾਂ ਤੋਂ ਜਾਓ, ਚਲੇ ਜਾਓ ਇੱਥੋਂ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਥੋੜਾ ਜਿਹਾ ਤਾੜਨਾ ਕਰਦਿਆ ਹੋਇਆ। ਕਾਜ ਤੁਮਾਰੋ ਨੈ ਕਛੂ ਤੂਰਨ ਨਿਤ ਸੋ ਤਾਏ। ਤੁਹਾਡਾ ਇੱਥੇ ਕੋਈ ਕੰਮ ਨਹੀਂ, ਛੇਤੀ ਨਿਕਲੋ ਇੱਥੋਂ, ਛੇਤੀ ਚਲੇ ਜਾਓ। ਚੋਪਈ ਡਰਤ ਜੋਰ ਕਰ ਸਿੱਖਨ ਪਾਖਾਂ। ਕਰਦੇ ਹੋਏ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹਮ ਤੁਮਰੇ ਸਿੱਖ ਭੇਗਤ ਕਾਂਖਾਂ। ਮਹਾਰਾਜ ਜੀ ਅਸੀਂ ਤੁਹਾਡੇ ਸਿੱਖ ਹੁੰਨੇ ਆ, ਅਸੀਂ ਤੁਹਾਡੇ ਸਿੱਖ ਹਾਂ ਮਹਾਰਾਜ, ਔਰ ਮੁਕਤੀ ਪ੍ਰਾਪਤ ਕਰਨ ਵਾਸਤੇ ਤੁਹਾਡੀ ਸਿੱਖੀ ਧਾਰਨ ਕੀਤੀ ਹੈ। ਜਬੇ ਸਿੱਖ ਕੋ ਨਾਮ ਸੁਲੇਈ। ਜਦੋਂ ਕਹਿਣ ਲੱਗੇ ਨਾ ਜੀ ਅਸੀਂ ਸਿੱਖਾਂ ਤੁਹਾਡੇ, ਇਹ ਸ਼ਬਦ ਜਦੋਂ ਉਹ ਬੋਲੇ, ਕੁਤਕਾ ਏਕ ਪੀਠ ਮੈਂ ਦੇਈ। ਜਿਹੜਾ ਸਭ ਤੋਂ ਮੂਹਰੇ ਬੈਠਾ ਬੋਲਿਆ ਨਾ ਜੀ ਅਸੀਂ ਤੁਹਾਡੇ ਸਿੱਖਾਂ, ਮਹਾਰਾਜ ਜੀ ਨੇ ਜ਼ੋਰ ਨਾਲ ਸੋਟਾ ਮਾਰਿਆ ਉਹਦੀ ਪਿੱਠ ਤੇ, ਸਿੱਖ ਹੈ ਤੂੰ ਮੇਰਾ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੇਡ ਵਰਤਾ ਰਹੇ ਨੇ। ਅਸਗਤ ਸ਼੍ਰੀ ਗੁਰ ਕੀ ਸਭ ਦੇਖਾਂ। ਸਭ ਨੇ ਗੁਰੂ ਪਾਤਸ਼ਾਹ ਜੀ ਦੀ ਇਹ ਖੇਡ ਤੇ ਇਹ ਗੱਤ ਵੇਖੀ। ਭਾਗੇ ਮਨ ਪੈ ਭਇਓ ਵਿਸ਼ੇਖਾ। ਮਨ ਚ ਉਹਨਾਂ ਦੇ ਭੈ ਤੇ ਡਰ ਹੈ, ਕਈ ਭੱਜਣ ਲੱਗੇ। ਪਾਤਸ਼ਾਹ ਨੇ ਵੇਖਣਾ ਹੈ
ਕਿ ਅੱਜ ਕੁੱਤਕੇ ਦੀ ਮਾਰ ਨਾਲ ਕਿਤੇ ਇਹ ਤਾਂ ਨਹੀਂ ਕਹਿੰਦੇ ਅਸੀਂ ਨਹੀਂ ਜੀ ਸਿੱਖ, ਕਿਉਂਕਿ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਖੋਪਰ ਵੀ ਲੈਣੇ ਆ ਤੇ ਇਹਨਾਂ ਨੇ ਕਹਿਣਾ ਅਸੀਂ ਗੁਰੂ ਕੇ ਸਿੱਖ ਹਾਂ ਔਰ ਇਸ ਸਿੱਖੀ ਤੋਂ ਆਪਣਾ ਆਪਾ ਕੁਰਬਾਨ ਕਰ। ਸਤਿ ਸ੍ਰੀ ਅਕਾਲ। ਵੇਖਣੇ ਸੀ ਪਰਖ ਕੇ ਮਹਾਰਾਜ ਜੀ ਨੇ ਕਰੜੇ ਕਰਨੇ ਸਨ। ਕਹਿੰਦੇ ਕਈ ਜਿਹੜੇ ਕੱਚੇ ਸਨ ਉਹ ਤਾਂ ਕਹਿੰਦੇ ਜੀ ਗੁਰੂ ਸਾਹਿਬ ਜੀ ਨੂੰ ਮਸਤਾਨਾ ਦੀਵਾਨਾ ਸਮਝ ਕੇ ਵੀ ਹੁਣ ਆਪਾਂ ਚੱਲੀਏ ਜੀ ਇੱਥੋਂ। ਇਹ ਤਾਂ ਹੁਣ ਡਾਂਗਾ ਲੈ ਕੇ ਸੋਟੇ ਲੈ ਕੇ ਕੁੱਟਦੇ ਆ ਮਾਰਦੇ ਆ, ਇਉਂ ਕਈ ਖਿਸਕਣ ਲੱਗੇ। ਇਕਦਈ ਬੈਠੇ ਰਹਿ ਗਏ। ਥੋੜੇ ਸਿੱਖ ਹੀ ਮਹਾਰਾਜ ਜੀ ਕੋਲ ਬੈਠੇ ਰਹਿ ਗਏ। ਜਨਮ ਸਾਖੀ 'ਚ ਇਉਂ ਵੀ ਜ਼ਿਕਰ ਆਉਂਦਾ ਹੈ ਮਹਾਰਾਜ ਜੀ ਨਾਲ ਲੈ ਕੇ ਚੱਲੇ ਇਹਨਾਂ ਨੂੰ। ਥੋੜੇ ਜਿਹੇ ਅੱਗੇ ਰੁਪਈਏ ਪੈਸੇ ਵੇਖੇ, ਮਹਾਰਾਜ ਜੀ ਆਖਿਆ ਜਾਓ ਚੁੱਕੋ ਲੈ ਜਾਓ ਜਿਹਨੇ ਜਾਣਾ। ਉਹਨਾਂ ਰੁਪਈਏ ਚੁੱਕੇ, ਉੱਥੋਂ ਕਈ ਚਲੇ ਗਏ। ਕਈਆਂ ਹੌਸਲਾ ਕੀਤਾ, ਨਾਲ ਤੁਰ ਪਏ। ਹੋਰ ਅੱਗੇ ਜਾ ਕੇ ਸੋਨੇ ਦੀਆਂ ਸ਼ਰਫੀਆਂ ਨਜ਼ਰ ਆਈਆਂ। ਮਹਾਰਾਜ ਕਹਿੰਦੇ ਭਾਈ ਜਿਹਨੂੰ ਇਹ ਚਾਹੀਦੀਆਂ ਲੈ ਜਾਓ, ਜਿੰਨੇ ਖੁੱਲੇ ਗੱਫੇ। ਉਹ ਸੋਨੇ ਦੀਆਂ ਸ਼ਰਫੀਆਂ ਲੈ ਕੇ ਕਈ ਹੀਰੇ ਮੋਤੀ ਜਵਾਹਰਾਤ ਲੈ ਕੇ ਚਲੇ ਗਏ। ਮੁੜ ਕੇ ਤਕਰੀਬਨ ਈਖਦ ਦਾ ਮਤਲਬ ਥੋੜੇ ਜਿੰਨੇ ਸਿੱਖੀ ਮਹਾਰਾਜ ਜੀ ਦੇ ਨਾਲ ਰਹਿ ਗਏ। 300 ਪੁੰਨ ਪੂਛਤ ਪ੍ਰਭੂ ਪਾਏ। ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪੁੱਛਣ ਲੱਗੇ ਕਬ ਕੇ ਸਿੱਖ ਬਨੇ ਹੋ ਮੇਰੇ। ਜਿਹੜੇ ਉਹ ਥੋੜੇ ਜਿਹੇ ਸਿੱਖ ਰਹਿ ਗਏ ਉਹਨਾਂ ਨੂੰ ਮਹਾਰਾਜ ਜੀ ਪੁੱਛਦੇ ਹੋ ਤੁਸੀਂ ਮੇਰੇ ਕਦੋਂ ਦੇ ਸਿੱਖ ਬਣੇ ਹੋ। ਪਾਤਸ਼ਾਹ ਪੁੱਛਦੇ, ਮਹਾਰਾਜ ਜੀ ਕਹਿੰਦੇ ਤੁਸੀਂ ਕਦੋਂ ਦੇ ਸਿੱਖ ਬਣੇ ਹੋ, ਕਦੋਂ ਦੀ ਸਿੱਖੀ ਧਾਰਨ ਕੀਤੀ ਹੈ ਤੁਸੀਂ। ਦਿਓ ਬਤਾਏ ਨਾ ਲਾਵੋ ਦੇਰੇ। ਦੇਰੀ ਨਾ ਲਾਓ, ਛੇਤੀ ਦੱਸੋ ਕਦੋਂ ਦੇ ਸਿੱਖ ਬਣੇ ਹੋ। ਸੁਨ ਕੈ ਸਿੱਖਨ ਬੈਨ ਅਲਾਏ। ਸੁਣ ਕੇ ਉਹ ਸਿੱਖ ਅੱਗੋਂ ਬੋਲੇ, ਹੱਥ ਜੋੜ ਕੇ ਕਹਿਣ ਲੱਗੇ ਹੈ ਤਬ ਕੇ ਜਬ ਆਪ ਬਣਾਏ। ਕਹਿਣ ਲੱਗੇ ਮਹਾਰਾਜ ਉਦੋਂ ਦੇ ਸਿੱਖਾਂ ਜਦੋਂ ਦੇ ਤੁਸੀਂ ਬਣਾਇਆ, ਜਦੋਂ ਦੇ ਤੁਸੀਂ ਬਣਾਇਆ ਮਹਾਰਾਜ ਜੀ ਉਦੋਂ ਦੇ ਸਿੱਖ ਹਾਂ। ਰਾਵਰ ਕੋ ਪਰਵਾਹ ਨ ਕੋਈ। ਮਹਾਰਾਜ ਤੁਸੀਂ ਬੇਪਰਵਾਹ ਸਾਹਿਬ ਹੋ, ਤੁਹਾਨੂੰ ਕੋਈ ਪਰਵਾਹ ਨਹੀਂ। ਸ਼ਰਨ ਪਰੇ ਹਮ ਚੈ ਦੁੱਖ ਖੋਈ। ਪਰ ਸਾਨੂੰ ਆਪ ਜੀ ਦੀ ਸ਼ਰਨ ਚੰਗੀ ਲੱਗਦੀ ਹੈ, ਕਿਉਂਕਿ ਤੁਹਾਡੀ ਸ਼ਰਨ 'ਚ ਪੈ ਕੇ ਅਸੀਂ ਆਪਣੇ ਦੁੱਖ ਦੂਰ ਕਰਨੇ ਹਨ। ਅਸੀਂ ਆਪਣਾ ਜਨਮ ਮਰਨ ਦੂਰ ਕਰਨਾ, ਸਾਨੂੰ ਪਰਵਾਹ ਹੈ ਆਪ ਜੀ ਦੀ। ਤੁਸੀਂ ਤਾਂ ਬੇਪਰਵਾਹ ਹੋ, ਤੁਹਾਡੇ ਕੋਲ ਕੋਈ ਆਵੇ ਨਾ ਆਵੇ। ਪਾਤਸ਼ਾਹ ਅਸੀਂ ਆਪਣੇ ਸਵਾਰਥ ਕਰਕੇ ਤੁਹਾਡੀ ਸ਼ਰਨ ਵਿੱਚ ਆ ਕਿ ਸਾਡਾ ਜਨਮ ਮਰਨ ਦਾ ਦੁੱਖ ਕੱਟਿਆ ਜਾਵੇ। ਕਹਤੇ ਕੰਪੇ ਬਚਨ ਨ ਆਵੇ। ਨਾਲੇ ਉਹ ਸਿੱਖ ਏਦਾਂ ਗੱਲਾਂ ਕਰਦੇ ਨਾਲੇ ਕੰਬੀ ਜਾਂਦੇ। ਕੰਬਦਿਆਂ ਨੂੰ ਬੋਲ ਨਹੀਂ ਆਉਂਦਾ, ਮੂੰਹੋਂ ਪੂਰਾ ਸਾਫ਼ ਨਹੀਂ ਬੋਲ ਹੁੰਦਾ। ਤੇਜ ਦਿਪਤ ਸੋ ਸਿਓ ਨ ਜਾਵੇ। ਸਤਿਗੁਰਾਂ ਦਾ ਤੇਜ ਇੰਨਾ ਜ਼ਿਆਦਾ ਜਲਾਲ ਹੈ ਖਾਲਸਾ ਜੀ, ਉਹ ਸਿਆ ਨਹੀਂ ਜਾ ਰਿਹਾ ਸਿੱਖਾਂ ਕੋਲ। ਇੰਨਾ ਤੇਜ ਹੈ ਪਾਤਸ਼ਾਹ ਦਾ, ਬੜਾ ਜ਼ਿਆਦਾ ਭਾਰੀ ਉਗਰ ਸਵਰੂਪ ਮਹਾਰਾਜ ਜੀ ਦਾ ਨਜ਼ਰ ਆ ਰਿਹਾ ਹੈ, ਜੋ ਇਹਨਾਂ ਕੋਲੋਂ ਸਿਆ ਨਹੀਂ ਜਾ ਰਿਹਾ। ਸੁਨੇ ਪ੍ਰਭੂ ਪੁਨ ਕੁਤਕਾ ਮਾਰੇ। ਜਦੋਂ ਕਹਿੰਦੇ ਨਾ ਜੀ ਅਸੀਂ ਤੁਹਾਡੇ ਸਿੱਖਾਂ, ਤੁਹਾਡੀ ਸ਼ਰਨ 'ਚ, ਮਹਾਰਾਜ ਫਿਰ ਸੋਟਾ ਮਾਰਦੇ। ਭਾਗੇ ਸਿੱਖ ਨ ਧੀਰ ਸੰਭਾਰੇ। ਕਹਿੰਦੇ ਅੱਗੇ ਲੱਗ ਕੇ ਭੱਜ ਪਏ, ਕਿਸੇ ਨੇ ਧੀਰਜ ਨਹੀਂ ਰੱਖਿਆ। ਭਾਈ ਲਹਿਣਾ ਜੀ, ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਭਗੀਰਥ ਜੀ, ਇਹ 3 ਸਿੱਖ ਰਹਿ ਗਏ ਮਹਾਰਾਜ ਜੀ ਦੇ ਪਾਸ। ਅਖੀਰ ਨੂੰ ਤਾਂ ਬਾਬਾ ਬੁੱਢਾ ਸਾਹਿਬ ਤੇ ਭਾਈ ਭਗੀਰਥ ਜੀ ਨੂੰ ਵੀ ਜਾਣਾ ਪਿਆ। ਕੁਤਕਾ ਲਗੇ ਹੋਏ ਤਨ ਪੀਰ। ਜਦੋਂ ਸੋਟਾ ਵੱਜਦਾ ਸਰੀਰ ਤੇ ਤਨ ਤੇ ਪੀੜਾ ਹੁੰਦੀ ਹੈ। ਡਿੱਗਤੇ ਭਾਗੇ ਹੋਏ ਅਤੀਰ। ਮਹਾਰਾਜ ਜੀ ਦੇ ਕੋਲੋਂ ਭੱਜਦੇ ਆ ਧੀਰਜ ਛੱਡ ਕੇ। ਥੋੜੇ ਹੀ ਬੈਠੇ ਜਬ ਰਹੇ। ਥੋੜੇ ਜਿਹੜੇ ਥੋੜੇ ਸੀ ਉਹਨਾਂ ਵਿੱਚੋਂ ਵੀ ਫਿਰ ਥੋੜੇ ਜਿਹੇ ਸਿੱਖ ਰਹਿ ਗਏ ਮਹਾਰਾਜ ਜੀ ਦੇ ਕੋਲ ਬੈਠੇ। ਤਿੰਨ ਪ੍ਰਿਤ ਸ਼੍ਰੀ ਗੁਰ ਅਸ ਬਚ ਕਏ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਵੱਲ ਵੇਖ ਕੇ ਫਿਰ ਬੋਲੇ, ਜੇ ਤੁਮ ਸਿੱਖ ਬਨੇ ਹੋ ਮੇਰੇ। ਮਹਾਰਾਜ ਜੀ ਕਹਿੰਦੇ ਹਾਂ ਬਈ ਤੁਸੀਂ ਸਿੱਖ ਹੋ ਮੇਰੇ। ਕਹਿੰਦੇ ਹਾਂ ਜੀ ਅਸੀਂ ਸਿੱਖ ਹਾਂ। ਪਾਤਸ਼ਾਹ ਕਹਿੰਦੇ ਜੇ ਤੁਸੀਂ ਸਾਡੀ ਸਿੱਖੀ ਧਾਰਨ ਕੀਤੀ ਹੈ ਤਾਂ ਸਿੱਖ ਦਾ ਇਹ ਕਰਤੱਵ ਹੁੰਦਾ ਹੈ, ਆਇਸ ਮਾਨੋ ਕਰੋ ਨਾ ਦੇਰੇ। ਗੁਰੂ ਦੀ ਆਗਿਆ ਮੰਨਣੀ। ਤੁਸੀਂ ਸਾਡੇ ਸਿੱਖ ਹੋ, ਜੇ ਸਿੱਖ ਹੋ ਤੇ ਫਿਰ ਸਾਡੀ ਆਗਿਆ ਮੰਨੋ।
ਜੋ ਹੁਕਮ ਜੋ ਆਗਿਆ ਅਸੀਂ ਕਰਾਂਗੇ ਉਹ ਮੰਨੋ। ਉੱਠ ਆਓ ਸਭ ਮੋਰ ਪਿਛੇ ਰੇ। ਆਓ ਸਾਰੇ ਚੱਲੋ ਮੇਰੇ ਨਾਲ ਮੇਰੇ ਪਿੱਛੇ। ਪਾਤਸ਼ਾਹ ਕਹਿੰਦੇ ਮੈਂ ਅੱਗੇ ਤੁਰਨ ਲੱਗਾ, ਤੁਸੀਂ ਸਾਰੇ ਆ ਜਾਓ ਮੇਰੇ ਨਾਲ ਪਿੱਛੇ ਪਿੱਛੇ। ਕਹਿ ਇਉ ਗਮਨੇ ਗੁਰੂ ਅਗੇਰੇ। ਏਦਾਂ ਕਹਿ ਕੇ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਅੱਗੇ ਅੱਗੇ ਚੱਲ ਪਏ। ਜਿਤ ਕਰਏ ਸਿੱਖ ਤੈ ਥਾਈ। ਉਹ ਜਿਹੜੇ ਥੋੜੇ ਜਿਹੇ ਸਿੱਖ ਹੀ ਰਹਿ ਗਏ ਸਨ ਮਹਾਰਾਜ ਜੀ ਦੇ ਨਾਲ ਚੱਲ ਪਏ। ਜਕਿਤ ਜਕਿਤ ਸੋ ਪੀਛੇ ਜਾਈ। ਉਹ ਵੀ ਜਕਦੇ ਜਕਦੇ ਜਾਂਦੇ ਆ ਪਿੱਛੋਂ। ਮਨ ਚ ਉਹਨਾਂ ਦੇ ਵੀ ਭੈ ਤੇ ਡਰ ਹੈ। ਦੋਹਰਾ ਪਰਖਨ ਹਿਤ ਸਿੱਖੀ ਤਬੇ ਸਾਂਗ ਅਰੰਭਿਓ ਪੂਰੇ। ਸਿੱਖੀ ਪਰਖਣ ਵਾਸਤੇ ਮਹਾਰਾਜ ਜੀ ਨੇ ਇੱਕ ਹੋਰ ਗਹਿਰਾ ਸਾਂਗ ਰਚਿਆ। ਸੋਈ ਸਾਬਤ ਰਹਿ ਸਕੇ ਜਿਸ ਪਰ ਕਰੁਣਾ ਤੂਰੇ। ਖਾਲਸਾ ਜੀ ਹੁਣ ਸਾਬਤ ਉਹੀ ਰਹੇਗਾ ਜਿਹਦੇ ਤੇ ਗੁਰੂ ਦੀ ਅਪਾਰ ਕਿਰਪਾ ਵਰਤੇਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਐ, ਮਹਾਰਾਜ ਜੇ ਮਾਂ ਹੀ ਪੁੱਤ ਨੂੰ ਜ਼ਹਿਰ ਦੇ ਕੇ ਮਾਰ ਦਏ ਤੇ ਫਿਰ ਕੌਣ ਬਚਾਵੇ। ਜੇ ਗੁਰੂ ਹੀ ਸਾਂਗ ਰੱਖ ਕੇ ਵਰਤਾ ਕੇ ਸਿੱਖ ਨੂੰ ਪ੍ਰਭਾ ਦੇਵੇ ਤੇ ਫਿਰ ਸਿੱਖ ਦੀ ਕੀ ਤਾਕਤ ਨਾ ਭਰਵੇਂ। ਜਿਹਦੇ ਤੇ ਗੁਰੂ ਦੀ ਅਪਾਰ ਕਿਰਪਾ ਵਰਤਣੀ ਹੁਣ ਉਹੀ ਸਾਬਤ ਨਿਕਲੇਗਾ। ਚੋਪਈ ਹੋਤੀ ਜੋ ਦੂਰ ਉਜਾੜ ਵਿਸਾਲਾ। ਸਤਿਗੁਰੂ ਜੀ ਜੰਗਲ ਵਿੱਚ ਉਜਾੜ ਚ ਦੂਰ ਤੱਕ ਚਲੇ ਗਏ। ਪਹੁੰਚੇ ਲੇ ਸਿੱਖ ਸੰਗ ਕਿਰਪਾਲਾ। ਇਹ ਜਿਹੜੇ ਕੁਝ ਕੁ ਸਿੱਖ ਰਹਿ ਗਏ ਸਨ ਇਹਨਾਂ ਨੂੰ ਨਾਲ ਲੈ ਕੇ ਕਿਰਪਾਲੂ ਪਾਤਸ਼ਾਹ ਗਏ। ਤਹਾਂ ਸਿੜੀ ਪਰ ਸ਼ਵ ਇੱਕ ਦੇਖਾ। ਕਈ ਚਲੇ ਗਏ, ਅਖੀਰ ਤੱਕ ਕੇਵਲ 3 ਸਿੱਖ ਹੀ ਰਹਿ ਗਏ ਨਾਲ। ਧੰਨ ਬਾਬਾ ਬੁੱਢਾ ਸਾਹਿਬ, ਭਾਈ ਭਗੀਰਥ ਜੀ ਔਰ ਭਾਈ ਲਹਿਣਾ ਜੀ। ਉੱਥੇ ਸੀੜੀ ਤੇ ਇੱਕ ਮੁਰਦਾ ਪਿਆ ਹੋਇਆ, ਚਿਖਾ ਹੈ, ਸੀੜੀ ਥੱਲੇ ਪਈ ਹੋਈ, ਫੱਟਾ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਦੇ ਉੱਤੇ ਇੱਕ ਮੁਰਦਾ ਪਿਆ ਤੇ ਉੱਤੇ ਚਾਦਰਾ ਪਾਇਆ ਹੋਇਆ ਹੈ। ਉਪਰ ਅੰਬਰ ਸੀਤ ਵਿਸ਼ੇਖਾ। ਚਿੱਟੇ ਰੰਗ ਦਾ ਚਾਦਰਾ ਉਸ ਮੁਰਦੇ ਨੂੰ ਢੱਕ ਕੇ ਪਾਇਆ ਹੋਇਆ ਹੈ। ਕੀਤਕ ਕਾਸ਼ਟ ਪਰੇ ਸਮੀਪਾ। ਅੱਗੇ ਕੁਝ ਲੱਕੜੀਆਂ ਦਾ ਢੇਰ ਪਿਆ ਹੋਇਆ ਹੈ। ਪਏ ਠਾਂਡ ਬੇਦੀ ਕੁਲ ਦੀਪਾ। ਉਸ ਮੁਰਦੇ ਦੇ ਕੋਲ ਆ ਕੇ ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਬੇਦੀ ਕੁਲ ਕੇਤ ਸਤਿਗੁਰੂ, ਬੇਦੀਆਂ ਦੀ ਕੁਲ ਦੇ ਧਵਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਣ ਖਲੋਤੇ ਹਨ। ਸਰਬ ਸਿੱਖ ਤਬ ਆਨ ਪਹੁੰਚੇ। ਜਿਤਨੇ ਸਿੱਖ ਸੀ ਉਹ ਵੀ ਉੱਥੇ ਮਹਾਰਾਜ ਜੀ ਦੇ ਕੋਲ ਹਨ। ਤਿਨੇ ਸੁਨਾਏ ਪਨੇ ਬਚ ਉੱਚੇ। ਸੁਣਾ ਕੇ ਉੱਚੀ ਸ਼ਬਦ ਵਿੱਚ ਆਵਾਜ਼ ਵਿੱਚ ਪਾਤਸ਼ਾਹ ਜੀ ਬੋਲੇ, ਜੇ ਤੁਮ ਹਮਰੇ ਸਿੱਖ ਕਹਾਵੋ। ਮਹਾਰਾਜ ਜੀ ਕਹਿੰਦੇ ਜੇ ਤੁਸੀਂ ਸਾਡੇ ਸਿੱਖ ਕਹਾਉਂਦੇ ਹੋ ਮਾਨੋ ਬਚਨ ਨਾ ਸਦਨ ਸਿਧਾਵੋ। ਫਿਰ ਸਾਡਾ ਬਚਨ ਮੰਨਿਓ, ਹੁਣ ਭੱਜਿਓ ਨਾ ਘਰਾਂ ਨੂੰ। ਜੋ ਅਸੀਂ ਹੁਕਮ ਕਰਨ ਲੱਗੇ ਆ ਸਾਡੇ ਹੁਕਮ ਦੀ ਪਾਲਣਾ ਕਰਿਓ, ਹੁਣ ਦੌੜਿਓ ਨਾ ਘਰਾਂ ਨੂੰ। ਪਰਿਓ ਸਿੜੀ ਪਰ ਸ਼ਵ ਏ ਖਾਵੋ। ਆ ਜਿਹੜਾ ਸ਼ਵ ਮੁਰਦਾ ਪਿਆ ਹੋਇਆ ਸੀੜੀ ਤੇ, ਇਹ ਖਾਵੋ ਜੇ ਸਾਡੇ ਸਿੱਖ ਹੋ ਤਾਂ। ਸਾਡਾ ਹੁਕਮ ਮੰਨੋ, ਸਾਡੀ ਆਗਿਆ ਪਾਲੋ। ਆ ਜਿਹੜਾ ਸ਼ਵ ਪਿਆ ਮੁਰਦਾ ਪਿਆ ਹੋਇਆ ਸੀੜੀ ਤੇ, ਇਹ ਮੁਰਦਾ ਖਾਵੋ। ਜੇ ਨੈ ਖਾਵੋ ਤੋ ਪਛਤਾਵੋ। ਜੇ ਨਾ ਖਾਓਗੇ ਤੇ ਫਿਰ ਪਛਤਾਣਾ ਪਵੇਗਾ ਤੁਹਾਨੂੰ। ਸੁਨ ਬਿਸਮਾਤ ਭਏ ਮਨ ਮਾਈ। ਮਹਾਰਾਜ ਜੀ ਦੇ ਬਚਨ ਸੁਣ ਕੇ ਸਭ ਵਿਸਮਾਦ ਹੋ ਗਏ, ਹੈਰਾਨ ਹੋ ਗਏ। ਧੀਰਜ ਰਿਓ ਹਿਰਦੇ ਕਿਸ ਨਾਈ। ਹੁਣ ਉਹਨਾਂ ਅੰਦਰ ਕਿੱਥੇ ਧੀਰਜ। ਸਾਰੇ ਵੈਸ਼ਨਵ ਕਹਿੰਦੇ ਮਹਾਰਾਜ ਅਸੀਂ ਤਾਂ ਕਦੇ ਕੁੱਕੜ ਨਹੀਂ ਖਾਦਾ, ਮੁਰਗਾ ਨਹੀਂ ਖਾਦਾ, ਕੋਈ ਹੋਰ ਮਾਸ ਨਹੀਂ ਖਾਦਾ, ਤੇ ਬੰਦੇ ਦਾ ਮੁਰਦਾ ਮਾਸ ਇਹ ਕਿਵੇਂ ਪੱਖੀਏ। ਮਹਾਰਾਜ ਇਹ ਤਾਂ ਉਹ ਵੀ ਨਹੀਂ ਖਾ ਸਕਦੇ ਜਿਹੜੇ ਹੋਰ ਮਾਸ ਖਾਣ ਵਾਲੇ ਮਾਸਾਹਾਰੀ ਲੋਕ ਹੁੰਦੇ ਐ। ਮਹਾਰਾਜ ਉਹ ਵੀ ਬੰਦੇ ਦਾ ਮੁਰਦਾ ਨਹੀਂ ਖਾਂਦੇ। ਏਡਾ ਵੱਡਾ ਪਾਪ, ਏਡਾ ਵੱਡਾ ਗੁਨਾਹ ਅਸੀਂ ਕਿਵੇਂ ਕਰੀਏ। ਇੱਕਦਮ ਕਈਆਂ ਦੇ ਮਨ ਭਰਮ ਗਏ। ਕਿਤਕ ਸੰਗ ਤਜ ਪੂਰੀ ਸਿਧਾਰੇ। ਉਸੇ ਵੇਲੇ ਚਲੇ ਗਏ, ਬਹੁਤੇ ਖਿਸਕ ਕੇ ਚਲੇ ਗਏ। ਕਿਤਕ ਦੁਰੇ ਪਜ ਝਾਰ ਮਝਾਰੇ। ਬਾਬਾ ਬੁੱਢਾ ਜੀ, ਭਾਈ ਲਹਿਣਾ ਜੀ ਔਰ ਭਾਈ ਭਗੀਰਥ ਜੀ ਤਿੰਨੇ ਰਹੇ, ਬਾਕੀ ਸਭ ਚਲੇ ਗਏ।
ਬਾਬੇ ਬੁੱਢੇ ਨੂੰ ਆਖਿਆ ਭਾਈ ਭਗੀਰਥ ਨੂੰ ਖਾਓ। ਕਹਿਣ ਲੱਗੇ ਮਹਾਰਾਜ ਕਿਵੇਂ ਖਾਈਏ, ਮੁਰਦਾ ਨਹੀਂ ਖਾ ਹੋਣਾ। ਸਤਿਗੁਰੂ ਜੀ ਦੇ ਹੱਥ 'ਚ ਸੋਟਾ ਸੀ। ਪਾਤਸ਼ਾਹ ਕਹਿੰਦੇ ਭੱਜੋ ਇੱਥੋਂ। ਬਾਬਾ ਬੁੱਢਾ ਜੀ ਤੇ ਭਾਈ ਭਗੀਰਥ ਜੀ ਲਾਗੇ ਜਿਹੜੇ ਝਾੜ ਦਰਖਤ ਸੀ ਉਹਨਾਂ ਦੇ ਓਲੇ ਜਾ ਕੇ ਲੁਕ ਗਏ। ਰਹਿ ਗਏ ਕੱਲੇ ਭਾਈ ਲਹਿਣਾ ਜੀ ਖੜੇ, ਬਾਕੀ ਸਭ ਚਲੇ ਗਏ। ਜਿਵੇਂ 80,000 ਦੇ ਇਕੱਠ ਚੋਂ 5 ਹੀ ਖਰੇ ਉਤਰੇ ਸੀ ਨਾ ਕੇਸਗੜ੍ਹ ਸਾਹਿਬ ਦੀ ਧਰਤੀ ਤੇ, ਉਦੋਂ ਕਲਗੀਧਰ ਜੀ ਨੇ ਬਚਨ ਕਹੇ ਸਰ ਭਾਈ ਦਇਆ ਸਿੰਘ ਹੋਣਾ ਨੂੰ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਿੱਖੀ ਪਰਖੀ ਸੀ ਤੇ ਸਿੱਖੀ ਦੀ ਜੜ ਭਾਈ ਲਹਿਣੇ ਨੇ ਰੱਖੀ ਸੀ। ਅੱਜ ਅਸੀਂ ਪਰਖੀ ਹੈ ਤੇ ਤੁਸੀਂ ਪੰਜਾਂ ਨੇ ਸਿੱਖੀ ਦੀ ਜੜ ਰੱਖੀ ਹੈ। ਅੱਜ ਤੁਸੀਂ ਰੱਖ ਵਿਖਾਈ। ਭਾਈ ਲਹਿਣਾ ਜੀ ਇਕੱਲੇ ਰਹਿ ਗਏ, ਬਾਕੀ ਸਭ ਵਿਦਾ ਹੋ ਗਏ। ਕਿਤਕ ਤਾਰ ਹਟ ਰਹੇ ਸਮੀਪਾ, ਹੱਠ ਧਾਰ ਕੇ ਕੁਝ ਖਲੋਣ ਦਾ ਯਤਨ ਕਰਦੇ। ਤਿਨ ਪਿਖ ਕੈ ਬੇਦੀ ਕੁਲ ਦੀਪਾ, ਉਹਨਾਂ ਨੂੰ ਵੇਖ ਕੇ ਬੇਦੀਆਂ ਦੀ ਕੁਲ ਦੇ ਦੀਪ ਸਤਿਗੁਰੂ। ਜੇ ਤੁਮ ਠਾਂਡੇ ਰਹੋ ਏ ਥਾਨਾ, ਮਹਾਰਾਜ ਜੀ ਉਹਨਾਂ ਨੂੰ ਤਾੜਨਾ ਕਰਕੇ ਕਹਿੰਦੇ ਜੇ ਇੱਥੇ ਖੜੇ ਰਹੋਗੇ ਸ਼ਵ ਕੋ ਖਾਓ ਬਿਲਮ ਕਰਹਾਨਾ, ਤਾਂ ਖਲੋ ਸਕਦੇ ਹੋ ਜੇ ਇਹ ਮੁਰਦਾ ਖਾਣਾ। ਬਿਨਾਂ ਦੇਰੀ ਤੂੰ ਇਹ ਮੁਰਦਾ ਖਾਓ ਜਿਹੜਾ ਸੀੜੀ ਤੇ ਪਿਆ ਹੋਇਆ ਹੈ। ਨਾਏ ਤਜਾਓ ਸਦਨ ਕੁਤਾਈ, ਨਹੀਂ ਤਾਂ ਜਾਓ ਇੱਥੋਂ, ਭੱਜ ਜਾਓ ਆਪਣੇ ਘਰਾਂ ਨੂੰ ਜਿੱਥੋਂ ਆਏ ਹੋ। ਦੋ ਮੈਂ ਕਰੋ ਜੇ ਇੱਕ ਮਨ ਪਾਈ, ਇਹਨਾਂ ਦੋਹਾਂ ਵਿੱਚੋਂ ਇੱਕ ਕੰਮ ਕਰਨਾ ਪਵੇਗਾ। ਜਿਹੜਾ ਭਾਉਂਦਾ ਉਹ ਕਰ ਲਓ। ਇੱਥੇ ਰਹਿਣਾ ਤਾਂ ਮੁਰਦਾ ਖਾਓ, ਨਹੀਂ ਤਾਂ ਘਰਾਂ ਨੂੰ ਜਾਓ। ਡਰਤ ਹਿਰਦੇ ਕੰਪਤ ਤਨ ਸਾਰੇ, ਜਿੰਨੇ ਖੜੇ ਸਨ ਡਰਦੇ ਨੇ, ਭੈ ਭੀਤ ਹੁੰਦੇ ਨੇ, ਕੋਈ ਓਲੇ ਹੋ ਕੇ ਲੁਕਦੇ ਨੇ। ਹੱਥ ਬੰਦ ਕੈ ਬਚਨ ਉਚਾਰੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿੰਦੇ ਹਨ ਹਮ ਹੈ ਸਿੱਖ ਨ ਗਮਨੇ ਧਾਮੋ, ਕਹਿੰਦੇ ਜੀ ਅਸੀਂ ਤੁਹਾਡੇ ਸਿੱਖ ਹਾਂ, ਅਸੀਂ ਨਹੀਂ ਘਰ ਜਾਣਾ। ਮਾਰਿਓ ਕੁੱਤਕਾ ਸੁਨ ਸਿੱਖ ਨਾਮੋ, ਜਦੋਂ ਕਹਿੰਦੇ ਨਾ ਅਸੀਂ ਸਿੱਖ ਹਾਂ, ਮਾਰਾ ਜ਼ੋਰ ਨਾਲ ਸੋਟਾ ਮਾਰਦੇ। ਠਹਿਰੋ, ਤੁਸੀਂ ਸਿੱਖ ਹੋ। ਸਿੱਖ ਦਾ ਕਰਤੱਵ ਹੈ ਗੁਰੂ ਦਾ ਹੁਕਮ ਮੰਨਣਾ। ਜੇ ਹੁਕਮ ਹੀ ਨਹੀਂ ਮੰਨਦੇ ਤੇ ਕਿਵੇਂ ਸਿੱਖ ਹੋ ਸਕਦੇ? ਇਹ ਗੱਲ ਸਮਝਣ ਯੋਗ ਹੈ। ਸਿੱਖ ਤਾਂ ਹੋਈ ਹੈ ਨਾ ਜਿਹੜਾ ਗੁਰੂ ਦਾ ਹੁਕਮ ਮੰਨੇ। ਨਾਲੇ ਕਹਿੰਦੇ ਹੋ ਸਿੱਖ ਹੋ, ਜੇ ਅਸੀਂ ਹੁਕਮ ਕਰਦੇ ਹਾਂ ਮੁਰਦਾ ਖਾਓ ਤੇ ਖਾਂਦੇ ਕਿਉਂ ਨਹੀਂ ਹੁਣ? ਤੇ ਉਹਦਾ ਕਹਿੰਦੇ ਹੋ ਅਸੀਂ ਨਹੀਂ ਖਾ ਸਕਦੇ, ਬਚਨ ਮੋੜਦੇ ਹੋ, ਪੁੱਛਦੇ ਆ ਤੇ ਫਿਰ ਕਹਿੰਦੇ ਹੋ ਸਿੱਖ ਹੋ। ਸਿੱਖ ਕਿਵੇਂ ਹੋ ਸਕਦੇ ਹੋ? ਸਿੱਖ ਦੀ ਪਰਿਭਾਸ਼ਾ ਹੀ ਇਹ ਕਹਿ ਸਕਦੇ ਆ ਕਿ ਸਿੱਖ ਉਹ ਹੈ ਜਿਹੜਾ ਗੁਰੂ ਦੇ ਹੁਕਮ ਦੀ ਪਾਲਣਾ ਕਰੇ। ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਨੇ ਕਿਹਾ ਉਸ ਸਿੱਖਿਆ ਨੂੰ ਕਮਾਉਣਾ ਇਹ ਸਿੱਖ ਦਾ ਕਰਤੱਵ ਹੈ। ਤੇ ਜੇ ਨਹੀਂ ਮੰਨਦੇ ਫਿਰ ਕਿਵੇਂ ਸਿੱਖ? ਮਹਾਰਾਜ ਜੀ ਨੇ ਸੋਟਾ ਮਾਰਿਆ। ਕੁੱਟਣ ਹਮਰੇ ਸਿੱਖ ਕਹਾਵੋ, ਮਹਾਰਾਜ ਜੀ ਕਹਿੰਦੇ ਹੋ ਫੱਫੇ ਕੁੱਟਣੋ। ਸਾਡੇ ਸਿੱਖ ਕਹਾਉਂਦੇ ਉਦਾਂ ਨਾਮ ਦੇ ਹੀ ਸਿੱਖ ਹੋ, ਸਿੱਖੀ ਤਾਂ ਕਮਾਉਂਦੇ ਨਹੀਂ, ਹੁਕਮ ਤਾਂ ਮੰਨਦੇ ਨਹੀਂ। ਬਚਨ ਕਰਿਓ ਗੁਰ ਸੋ ਨ ਕਮਾਵੋ, ਮਹਾਰਾਜ ਜੀ ਕਹਿੰਦੇ ਸਾਡਾ ਕੀਤਾ ਬਚਨ ਤਾਂ ਕਮਾਉਂਦੇ ਨਹੀਂ ਤੁਸੀਂ, ਉਦਾਂ ਕਹਿੰਦੇ ਹੋ ਅਸੀਂ ਸਿੱਖਾਂ, ਕਿਵੇਂ ਜਾਈਏ? ਤੇ ਜੇ ਸਿੱਖ ਹੋ ਤੇ ਫਿਰ ਬਚਨ ਕਿਉਂ ਨਹੀਂ ਕਮਾਉਂਦੇ? ਹੁਣ ਦੋਵੇਂ ਕੰਮ ਕਿਵੇਂ ਹੋ ਸਕਦੇ ਨੇ? ਜਾਂ ਕਹੋ ਦਿਨ ਹੈ ਜਾਂ ਕਹੋ ਰਾਤ ਹੈ, ਜਾਂ ਕਹੋ ਸਿੱਖਾਂ ਤੇ ਜੇ ਸਿੱਖ ਹੋ ਤੇ ਹੁਕਮ ਮੰਨੋ, ਤੇ ਜੇ ਹੁਕਮ ਨਹੀਂ ਮੰਨਦੇ ਤੇ ਫਿਰ ਇਹ ਨਾ ਆਖੋ ਅਸੀਂ ਸਿੱਖ ਹਾਂ। ਦੋਵੇਂ ਕੰਮ ਕਿਵੇਂ ਕਰ ਸਕਦੇ ਹੋ? ਦੋਹਰਾ ਪੁਨ ਮਾਰਨ ਕੁੱਤ ਕੇ ਲਗੇ, ਭਾਗੇ ਸਭ ਕਰ ਤਰਾਸ। ਅਖੀਰ ਇਹ ਹੋਇਆ ਵੀ ਜਿੰਨੇ ਸੀ ਮਹਾਰਾਜ ਜੀ ਨੇ ਸਭ ਨੂੰ ਜਦੋਂ ਸੋਟੇ ਮਾਰੇ ਤੇ ਸਭ ਭੱਜ ਗਏ ਡਰ ਕੇ, ਤਰਾਸ ਮਨ ਚ ਰੱਖ ਕੇ। ਕੋਈ ਨਹੀਂ ਨੇੜੇ ਠਹਿਰਿਆ। ਰਿਓ ਨ ਕੋ ਸੰਗ ਤਬ ਇਕ ਲੈਣਾ ਰਹਿ ਪਾਸ। ਅਖੀਰ ਨੂੰ ਨਾਲ ਕੋਈ ਨਹੀਂ ਰਿਹਾ, ਕੇਵਲ ਭਾਈ ਲਹਿਣਾ ਜੀ ਖਲੋਤੇ ਰਹੇ। ਗਲ 'ਚ ਪੱਲੂ ਪਾਇਆ ਹੋਇਆ, ਹੱਥ ਜੁੜੇ ਹੋਏ ਨੇ। ਭਾਈ ਲਹਿਣਾ ਜੀ ਨਹੀਂ ਉੱਥੋਂ ਡੋਲੇ, ਉਹ ਅਡੋਲ ਹੋ ਕੇ ਖਲੋਤੇ ਰਹੇ। ਧੰਨ ਭਾਈ ਲਹਿਣਾ ਜੀ ਜੋ ਅਜਰ ਨੂੰ ਜਰ ਲੈਣ ਦੀ ਸ਼ਕਤੀ ਦੇ ਮਹਾਨ ਮਾਲਕ ਨੇ। ਦੂਸਰੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਸਾਹਿਬ ਨੇ ਅਜਰ ਨੂੰ ਜਰ ਲੈਣ ਦੀ ਸ਼ਕਤੀ ਦੇ ਮਾਲਕ ਬਣ ਕੇ ਖੜੇ ਹਨ। ਜੋ ਪਈ
ਤਿਸੇ ਬਿਲੋਕਤ ਬਚਨੀ ਉਚਾਰਾ। ਖਾਲਸਾ ਜੀ ਇੱਥੇ ਇੱਕ ਗੱਲ ਵਿਚਾਰਨੇ ਯੋਗ ਹੈ। ਆਮ ਕਰਕੇ ਅੱਜ ਦੇ ਸਾਡੇ ਕਈ ਵੀਰ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਉਹਨਾਂ ਮਹਾਂਪੁਰਸ਼ਾਂ ਦੀ ਨਿੰਦਾ ਕਰਦੇ ਜੀ, ਉਹਨਾਂ ਨੇ ਗੁਰੂ ਕਾ ਬਚਨ ਨਹੀਂ ਮੰਨਿਆ। ਹੁਣ ਇੱਥੇ ਤਾਂ ਜਿੰਨੇ ਵੀ ਸੀ ਸਾਰੇ ਹੀ ਚਲੇ ਗਏ, ਇਕੱਲੇ ਭਾਈ ਲਹਿਣਾ ਜੀ ਰਹਿ ਗਏ। ਕਿ ਇਹਦਾ ਕੀ ਮਤਲਬ ਹੈ ਵੀ ਬਾਕੀ ਜਿੰਨੇ ਸਿੱਖ ਨੇ ਫਿਰ ਉਹ ਸਾਰੇ ਆਪਾਂ ਉਹਨਾਂ ਦੀ ਨਿੰਦਾ ਕਰਾਂਗੇ? ਉਹਨਾਂ ਜਾਣ ਵਾਲਿਆਂ ਵਿੱਚ ਤਾਂ ਬਾਬਾ ਬੁੱਢਾ ਸਾਹਿਬ ਜੀ ਵੀ ਨੇ, ਤੇ ਜੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਭਾਈ ਭਗੀਰਥ ਜੀ ਵਰਗੇ ਮਹਾਂਪੁਰਸ਼ਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਤੇ ਫਿਰ ਬਾਬਾ ਸ਼੍ਰੀ ਚੰਦ ਜੀ ਜੈਸੇ ਮਹਾਂਪੁਰਸ਼ਾਂ ਦੀ ਨਿੰਦਾ ਕਿਉਂ ਭਾਈ? ਜਿਹੜੀ ਖੇਡ ਗੁਰੂ ਨਾਨਕ ਸਾਹਿਬ ਨੇ ਵਰਤਾਣੀ, ਜਿਹਦੇ 'ਚ ਜੋਤ ਪਾਤਸ਼ਾਹ ਨੇ ਟਿਕਾਉਣੀ ਹੈ, ਉਹ ਧੁਰ ਦਰਗਾਹ ਤੋਂ ਹੀ ਨਿਰੰਕਾਰ ਦਾ ਫੈਸਲਾ ਉਹ ਭਾਈ ਲਹਿਣੇ 'ਚ ਟਿਕਣੀ ਸੀ ਨਾ। ਹੁਣ ਇਹਦਾ ਮਤਲਬ ਇਹ ਤਾਂ ਨਹੀਂ ਵੀ ਬਾਕੀ ਸਾਰਿਆਂ ਦੀ ਅਸੀਂ ਹੁਣ ਭੰਡੀ ਕਰੀਏ। ਸਾਰਿਆਂ ਦਾ ਸਤਿਕਾਰ ਹੈ, ਧੰਨ ਸਾਨੂੰ, ਪਰ ਜਿਹੜੀ ਕਸਵੱਟੀ ਤੇ ਗੁਰੂ ਨਾਨਕ ਸਾਹਿਬ ਦੀ ਕਸਵੱਟੀ ਤੇ ਗੁਰੂ ਨਾਨਕ ਨੇ ਖਰਾ ਉਤਰਨਾ ਸੀ ਨਾ। ਤੇ ਗੁਰੂ ਨਾਨਕ ਦੀ ਕਸਵੱਟੀ ਤੇ ਖਰੇ ਉਤਰਨ ਵਾਲੇ ਗੁਰੂ ਨਾਨਕ ਕੱਲੇ ਭਾਈ ਲਹਿਣਾ ਜੀ ਹਨ, ਹੋਰ ਕੋਈ ਤੀਜਾ ਨਹੀਂ, ਉੱਥੇ ਦੂਜਾ ਨਹੀਂ। ਇਸ ਕਰਕੇ ਭਾਈ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ ਨੇ, ਉਹਨਾਂ ਦਾ ਸਤਿਕਾਰ ਕਰਨਾ ਚਾਹੀਏ। ਪਿੱਛੇ ਜੀ ਗੁਰੂ ਅੰਗਦ ਸਾਹਿਬ ਦੇ ਪਰਿਵਾਰ ਦੇ ਜਿਹੜੇ ਅੰਸ਼ ਵੰਸ਼ ਦੇ ਅੱਗੋਂ ਉਹਨਾਂ ਦੀ ਸੰਤਾਨ ਹੈ, ਉਹਨਾਂ ਨੇ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਦਾਸ ਨੂੰ ਕਥਾ ਵਾਸਤੇ ਬੁਲਾਇਆ। ਇੱਥੇ ਨੇੜੇ ਆਪਣੇ ਗੁਰੂ ਅੰਗਦ ਦਰਬਾਰ ਹੈ, ਉਹਨਾਂ ਦੇ ਪਰਿਵਾਰ ਦੇ ਜੀ ਮਿਲੇ, ਉਹਨਾਂ ਨੇ ਬੜੇ ਸੁੰਦਰ ਬਚਨ ਸੁਣਾਏ। ਉਹ ਕਹਿੰਦੇ ਗਿਆਨੀ ਜੀ ਵੀ ਜਦੋਂ ਕੋਈ ਸਾਡੇ ਘਰ ਕਥਾ ਕਰਨ ਆਉਂਦਾ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਦੀ, ਪ੍ਰਕਾਸ਼ ਦੀ, ਅਸੀਂ ਉਹਨਾਂ ਗਿਆਨੀ ਸਿੰਘਾਂ ਨੂੰ ਪਹਿਲਾਂ ਬੇਨਤੀ ਕਰ ਦਿੰਦੇ ਹਾਂ ਵੀ ਗੁਰੂ ਅੰਗਦ ਸਾਹਿਬ ਦੀ ਗੁਰਿਆਈ ਤੋਂ ਬਾਅਦ ਦੀ ਕਥਾ ਸੁਣਾਇਓ। ਵੀ ਗੁਰੂ ਅੰਗਦ ਸਾਹਿਬ ਦੀ ਗੁਰਿਆਈ ਤੋਂ ਬਾਅਦ ਦੀ ਜਿਹੜੀ ਕਥਾ, ਵੀ ਗੁਰਗੱਦੀ ਤੇ ਬੈਠਣ ਤੋਂ ਬਾਅਦ ਜੋ ਉਹਨਾਂ ਨੇ ਕੌਤਕ ਕੀਤੇ, ਉਹ ਕਹਿੰਦੇ ਇਸ ਕਰਕੇ ਇਹ ਅਸੀਂ ਤਾਂ ਕਹਿੰਦੇ ਆ ਵੀ ਜਦੋਂ ਗੁਰਿਆਈ ਤੋਂ ਪਹਿਲਾਂ ਦੀ ਕਥਾ ਸੁਣਾਉਣਗੇ, ਉਦੋਂ ਬਾਬਾ ਸ਼੍ਰੀ ਚੰਦ ਜੀ ਦੀ ਕਥਾ ਹੋਵੇਗੀ ਤੇ ਉਹ ਬਚਨ ਨਾ ਮੰਨਣਗੇ, ਉਹ ਬਚਨ ਵਿੱਚ ਆਉਣਗੇ, ਤੇ ਅਸੀਂ ਬਾਬਾ ਜੀ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਦੀ ਨਿੰਦਾ ਨਹੀਂ ਸੁਣ ਸਕਦੇ। ਵੇਖੋ ਕਿਹੋ ਜੀ ਭਾਵਨਾ ਉਹਨਾਂ ਦੀ। ਖਾਲਸਾ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਤਾਂ ਧੂੜ ਵੀ ਪੂਜਨੇ ਯੋਗ ਹੈ। ਬਾਬਾ ਸ਼੍ਰੀ ਚੰਦ ਜੀ ਤਾਂ ਉਹ ਮਹਾਂਪੁਰਸ਼ ਨੇ, 150 ਸਾਲ ਦੇ ਨੇੜੇ ਆਯੂ ਹੋਈ ਮਹਾਂਪੁਰਸ਼ਾਂ ਦੀ। ਪਠਾਨਕੋਟ ਜਾਈਏ, ਗੁਰਦੁਆਰਾ ਬਾਠ ਸਾਹਿਬ ਹੈ ਮਹਾਂਪੁਰਸ਼ਾਂ ਦਾ, ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਤਪ ਸਥਾਨ। 62 ਸਾਲ ਲਗਾਤਾਰ ਉੱਥੇ ਤਪ ਕੀਤਾ ਬਾਬਾ ਸ਼੍ਰੀ ਚੰਦ ਜੀ ਨੇ। 62 ਸਾਲ ਜ਼ਿੰਦਗੀ ਦਾ ਥੋੜਾ ਸਮਾਂ ਨਹੀਂ ਹੁੰਦਾ। ਤੇ ਇਹੋ ਜੀ ਮਹਾਨ ਤਪੱਸਿਆ ਦੀ ਰੂਹ ਜਿਨ੍ਹਾਂ ਨੇ ਉਦਾਸੀਨ ਭੇਖ ਨੂੰ ਚਲਾ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਉਹਨਾਂ ਮਹਾਂਪੁਰਸ਼ਾਂ ਦੀ ਅੱਜ ਕੁਝ ਕੁ ਭੱਦੇ ਲੋਕ ਨਿੰਦਾ ਕਰਦੇ ਹਨ। ਪਰ ਅਸਮਾਨ ਵੱਲ ਮੂੰਹ ਕਰਕੇ ਕੋਈ ਥੁੱਕੇ, ਉਹਦਾ ਆਪਣਾ ਮੂੰਹ ਮੈਲਾ ਹੋਣਾ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਸੋਭਾ ਥੋੜੀ ਘਟ ਜਾਣੀ ਹੈ। ਜਿਹੜੇ ਮਹਾਂਪੁਰਸ਼ ਅਵਤਾਰੀ ਜਾਂ ਜਿਹੜੇ ਕੋਈ ਮਹਾਤਮਾ ਹੋ ਕੇ ਚਲੇ ਵੀ ਗਏ ਤੇ ਉਹਨਾਂ ਦੀ ਵੀ ਨਿੰਦਾ, ਜਿਹੜੇ ਸੰਸਾਰ ਤੋਂ ਚਲੇ ਗਏ ਉਹਨਾਂ ਦੀ ਵੀ ਨਿੰਦਾ ਕਰੀ ਜਾਂਦੇ। ਕੋਈ ਸੰਤ ਅਤਰ ਸਿੰਘ ਜੀ ਦੀ ਨਿੰਦਾ ਕਰੀ ਜਾਂਦਾ, ਕੋਈ ਸੰਤ ਈਸ਼ਰ ਸਿੰਘ ਜੀ ਦੀ ਨਿੰਦਾ ਕਰੀ ਜਾਂਦਾ। ਖਬਰੇ ਦੁਨੀਆ ਦਾ ਕਾਲ ਨੇੜੇ ਆ ਗਿਆ ਵੀ ਮਹਾਂਪੁਰਸ਼ਾਂ ਸਾਧੂਆਂ ਦੀ ਨਿੰਦਾ ਤੇ ਲੱਕ ਬੱਧਾ ਸਾਡੇ ਪ੍ਰਚਾਰਕਾਂ ਨੇ। ਜਾਪਦਾ ਦੁਨੀਆ ਦੇ ਅੰਤ ਦੀ ਇਹ ਨਿਸ਼ਾਨੀ ਹੈ ਵੀ ਜਦੋਂ ਅੱਤ ਚੁੱਕ ਲੈਣ ਕਹਿੰਦੇ, ਉਦੋਂ ਸ਼ਾਇਦ ਹੋ ਸਕਦਾ ਵੀ ਦੁਨੀਆ ਦੀ ਸਮਾਪਤੀ ਆ ਗਈ ਹੈ। ਸਾਧੂਆਂ ਦੀ, ਮਹਾਂਪੁਰਸ਼ਾਂ ਦੀ ਨਿੰਦਾ ਨਾ ਹੋਵੇ। ਕਲੀ ਕਾਲ ਦਾ ਸਮਾਂ ਹੈ ਭਾਈ। ਬਾਬਾ ਸ਼੍ਰੀ ਚੰਦ ਜੀ ਭਵੇਂ ਨਹੀਂ ਹਨ ਉੱਥੇ, ਪਰ ਉਹਨਾਂ ਦਾ ਵੀ ਸਤਿਕਾਰ ਹੈ। ਕੱਲੇ ਭਾਈ ਲਹਿਣਾ ਜੀ ਰਹਿ ਗਏ, ਕੋਈ ਦੂਸਰਾ ਸਿੱਖ ਨਹੀਂ ਰਿਹਾ ਉੱਥੇ, ਸਭ ਚਲੇ ਗਏ। ਇਹਦਾ ਮਤਲਬ ਇਹ ਥੋੜੀ ਅਸੀਂ ਸਾਰੇ ਸਿੱਖਾਂ ਦੀ ਭੰਡੀ ਕਰਾਂਗੇ। ਜਿਹੜੇ ਖਰੇ ਉਤਰਨੇ ਸਨ ਉਹ ਭਾਈ ਲਹਿਣਾ ਜੀ ਸਨ। ਉਹ ਨਿਰੰਕਾਰ ਦੀ ਦਰਗਾਹ ਚੋਂ ਪਹਿਲਾਂ ਹੀ ਫੈਸਲਾ ਹੋਇਆ। ਹਾਂਜੀ, ਤਿਸੇ ਬਿਲੋਕਤ ਬਚਨੀ ਉਚਾਰਾ। ਭਾਈ ਲਹਿਣਾ ਜੀ ਨੂੰ ਵੇਖ ਕੇ ਸਤਿਗੁਰੂ ਜੀ ਬੋਲੇ, ਕਿਉਂ ਠਾਂਡੋ ਤੂੰ ਨਹੀਂ ਸਿਦਾਰਾ। ਮਹਾਰਾਜ ਜੀ ਕਹਿੰਦੇ, ਪੁਰਖਾ ਤੂੰ ਕਿਉਂ ਖੜਾ?
ਤੂੰ ਕਿਉਂ ਨਹੀਂ ਗਿਆ? ਅਹੇ ਜੇ ਸਿੱਖ ਬਚਨ ਮਾਨੋ ਮੁਰ। ਕਹਿਣ ਲੱਗੇ ਮਹਾਰਾਜ ਮੈਂ ਕਿੱਥੇ ਜਾਵਾਂ, ਮੈਂ ਕਿੱਥੇ ਜਾਵਾਂ ਸਾਹਿਬ, ਮੇਰਾ ਤੁਹਾਡੇ ਬਿਨਾ ਕੌਣ ਹੈ ਹੋਰ ਜਿੱਥੇ ਜਾ ਕੇ ਕੂਕਾਂ। ਮਹਾਪੁਰਸ਼ ਦੱਸਦੇ ਗੁਰੂ ਅੰਗਦ ਸਾਹਿਬ ਦੇ ਹਿਰਦੇ 'ਚ ਜਿਹੜਾ ਭਾਵ ਉਸ ਵੇਲੇ ਸੀ ਉਹਨਾਂ ਆਪਣੇ ਸਲੋਕ ਦੁਆਰਾ ਪ੍ਰਗਟ ਕੀਤਾ। ਆਖਿਆ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਸ ਹੀ ਕੋਈ ਕੋਏ, ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ। ਜਿਨ੍ਹਾਂ ਨੂੰ ਆਪਣੇ ਆਸਰੇ ਨਜ਼ਰ ਆਏ ਉਹ ਚਲੇ ਗਏ। ਮੈਂ ਨਿਮਾਣੀ ਦੇ ਆਸਰੇ ਗੁਰੂ ਨਾਨਕ ਪਾਤਸ਼ਾਹ ਤੁਸੀਂ ਹੋ, ਮੈਂ ਤੁਹਾਡੇ ਚਰਨ ਛੱਡ ਕੇ ਕਿੱਥੇ ਜਾਵਾਂ। ਪ੍ਰਭ ਤੋ ਦਰ ਛੋੜ ਮੈਂ ਕੈ ਦਰ ਜਾਵਾਂ। ਹੇ ਪ੍ਰਭੂ ਤੇਰਾ ਦਰ ਛੱਡ ਕੇ ਮੈਂ ਕਿਹੜੇ ਦਰ ਤੇ ਜਾਵਾਂ। ਮੈਂ ਤਾਂ ਪਹਿਲਾਂ ਹੀ ਸਾਰੇ ਦਰ ਛੱਡ ਕੇ ਤੇਰੇ ਦਰ ਨੂੰ ਆ ਕੇ ਗ੍ਰਹਿਣ ਕੀਤਾ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ। ਮਹਾਰਾਜ ਹੁਣ ਤੁਹਾਡਾ ਦੁਆਰ ਛੱਡ ਕੇ ਕਿੱਥੇ ਜਾਵਾਂ। ਪਾਤਸ਼ਾਹ ਕਹਿੰਦੇ ਫਿਰ ਜੇ ਸਿੱਖ ਹੈ ਪੁਰਖਾ ਫਿਰ ਬਚਨ ਮੰਨ ਜੋ ਅਸੀਂ ਕਿਹਾ। ਆ ਜੋ ਸੀੜੀ ਤੇ ਮੁਰਦਾ ਪਿਆ ਏ ਮੁਰਦਾ ਖਾਣਾ ਪਵੇਗਾ। ਸ਼ਵ ਕੋ ਖਾਓ ਬਿਲੰਬ ਨਹੀਂ ਕਰ। ਦੇਰੀ ਨਾ ਕਰ ਛੇਤੀ ਕਰ ਤੇ ਇਹ ਸ਼ਵ ਇਹ ਮੁਰਦਾ ਖਾ। ਸੁਨ ਕੇ ਲੈਣੇ ਦ્વੈ ਕਰ ਜੋਰੇ। ਗੁਰੂ ਬਾਬਾ ਜੀ ਦੇ ਅੰਮ੍ਰਿਤ ਬਚਨ ਸੁਣ ਕੇ ਭਾਈ ਲਹਿਣਾ ਜੀ ਨੇ ਹੱਥ ਜੋੜੇ। ਨੈ ਰਜਾਏ ਮੋਰੋ ਪ੍ਰਣ ਮੋਰੇ। ਏ ਪ੍ਰਭੂ ਮੇਰਾ ਇਹ ਪ੍ਰਣ ਹੈ ਕਿ ਮੈਂ ਤੁਹਾਡੀ ਰਜਾ ਤੁਹਾਡਾ ਹੁਕਮ ਨਹੀਂ ਮੋੜਨਾ। ਮੇਰਾ ਇਹ ਪ੍ਰਣ ਹੈ ਕਿ ਮੈਂ ਤੁਹਾਡਾ ਹੁਕਮ ਨਹੀਂ ਮੋੜਨਾ। ਰਾਵਰ ਕੋ ਪਰਵਾਹ ਨ ਕੋਈ। ਮਹਾਰਾਜ ਜੀ ਤੁਹਾਨੂੰ ਤਾਂ ਕੋਈ ਪਰਵਾਹ ਨਹੀਂ। ਇੱਥੇ ਪਤਾ ਨਹੀਂ ਮੇਰੇ ਜੇ ਕਿੰਨੇ ਆ ਜਾਣੇ ਨੇ ਤੁਹਾਡੇ ਚਰਨਾਂ 'ਚ। ਮੈਂ ਜਿਹੀ ਘਣ ਚੇਰੀ RAM। ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਕੋਈ ਪਰਵਾਹ ਨਹੀਂ। ਹਮੈ ਸਿੱਖ ਸ਼ਰਨਾਗਤ ਹੋਈ। ਪਰ ਮਹਾਰਾਜ ਅਸੀਂ ਤਾਂ ਸਿੱਖ ਹਾਂ, ਸਾਨੂੰ ਤਾਂ ਆਪ ਜੀ ਦੀ ਸ਼ਰਨ ਗ੍ਰਹਿਣ ਕਰਨੀ ਬਣ ਆਉਂਦੀ ਹੈ। ਚਾਹੇ ਤਾਂ ਰਾਖੇ ਭਾਵੇਂ ਮਾਰੀ। ਮਹਾਰਾਜ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ, ਚਾਹੇ ਰੱਖੋ ਤੇ ਚਾਹੇ ਮਾਰੋ। ਅਬ ਹਮ ਚੱਲੀ ਠਾकुर ਪਹਿਹਾਰ। जब हम शरण प्रभु की आई राख प्रभु भावें मार। महाराज हुण भावें रखो भावें मारो आप जी दी शरण विच हां तुहाडी पनाह विच हां। ओने तज हो शरण तुम्हारी। महाराज मैं तुहाडी शरण नहीं त्यागणी, मैं तुहाडी पनाह नूं नहीं त्यागना। श्री गुर कहे जे संग न त्यागो। ਪਾਤਸ਼ਾਹ ਕਹਿੰਦੇ ਅੱਛਾ ਪੁਰਖਾ ਜੇ ਤੈਂ ਸਾਡਾ ਸੰਗ ਨਹੀਂ ਤਿਆਗਣਾ, ਜੇ ਤੈਂ ਸਾਡਾ ਸੰਗ ਛੱਡ ਕੇ ਨਹੀਂ ਜਾਣਾ। ਮਿਰਤਕ ਪਰੇ ਕੋ ਖਾਵਨ ਲਾਗੋ। ਤੇਰਾ ਜਿਹੜਾ ਮਿਰਤਕ ਮੁਰਦਾ ਪਿਆ ਇਹਨੂੰ ਖਾਵਣਾ ਪਵੇਗਾ, ਇਹ ਖਾਵੋ। ਲੈਣਾ ਸੁਨਤ ਫਿਰਿਓ ਚੋਂ ਫੇਰੇ। ਭਾਈ ਲਹਿਣਾ ਜੀ ਨੇ 7 ਬਚਨ ਕਹੇ। ਆਖਿਆ ਮਹਾਰਾਜ 7 ਬਚਨ ਮੁਰਦੇ ਦੀ ਜਿਹੜੀ ਉਹ ਉੱਥੇ ਲਾਸ਼ ਪਈ ਲੋਥ ਪਈ ਸੀ ਮੁਰਦਾ, ਉਹਦੇ ਆਲੇ ਦੁਆਲੇ ਫਿਰ ਕੇ ਪਰਕਰਮਾ ਕਰਕੇ ਵੇਖਣ ਲੱਗੇ ਭਾਈ ਲਹਿਣਾ ਜੀ। ਗੁਰੂ ਕਿਉ ਕਿਉਂ ਲਾਈ ਡੇਰੇ। ਮਹਾਰਾਜ ਜੀ ਕਹਿੰਦੇ ਪੁਰਖਾ ਕਿਉਂ ਆਲੇ ਦੁਆਲੇ ਫਿਰੀ ਜਾਣਾ, ਇਹਦੇ ਦੇਰੀ ਕਿਉਂ ਲਾਈ ਆ, ਖਾਂਦਾ ਕਿਉਂ ਨਹੀਂ। ਜਿਤ ਦਿਸ਼ ਹੁਕਮ ਕਰੋ ਤੈਂ ਖਾਵੋ। ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਹੁਕਮ ਕਰੋ ਵੀ ਕਿਹੜੇ ਪਾਸਿਓਂ ਖਾਵਾਂ, ਮੈਂ ਤਾਂ ਚਾਰੇ ਪਾਸੇ ਫਿਰਦਾ ਵੀ ਆਪ ਜੀ ਆਗਿਆ ਕਰੋ ਵੀ ਖਾਵਾਂ ਕਿਹੜੇ ਪਾਸਿਓਂ। ਪੈਰਾਂ ਵਾਲੇ ਪਾਸਿਓਂ ਸ਼ੁਰੂ ਕਰਾਂ, ਸਿਰ ਵਾਲੇ ਪਾਸੋਂ ਸ਼ੁਰੂ ਕਰਾਂ, ਜਿੱਧਰੋਂ ਆਪ ਜੀ ਦਾ ਹੁਕਮ ਹੋਵੇ। ਇਸ ਰਜਾਏ ਹਿਤ ਬਿਲਮ ਲਗਾਵੋ। ਤੁਹਾਡੀ ਇਸ ਆਗਿਆ ਨੂੰ ਪ੍ਰਾਪਤ ਕਰਨ ਲਈ ਮੈਂ ਦੇਰ ਲਾ ਰਿਹਾ ਵੀ ਤੁਹਾਡਾ ਹੁਕਮ ਕਿਹੜੇ ਪਾਸਿਓਂ ਖਾਣ ਦਾ ਹੈ। ਗੁਰੂ ਕਿਉ ਪਗ ਤੇ ਲਗ ਖਾਨੇ। ਮਹਾਰਾਜ ਜੀ ਕਹਿਣ ਲੱਗੇ ਪੁਰਖਾ ਇਉਂ ਕਰ
ਜਿਹੜੇ ਪੈਰਾਂ ਵਾਲਾ ਪਾਸਾ ਹੈ ਪੈਰਾਂ ਵਾਲੇ ਪਾਸਿਓਂ ਇਹਨੂੰ ਖਾਣਾ ਸ਼ੁਰੂ ਕਰ। सिर लो खाओ बचन को माने। ਪੈਰਾਂ ਵਾਲੇ ਪਾਸਿਓਂ ਖਾਣਾ ਸ਼ੁਰੂ ਕਰਕੇ ਸਿਰ ਤੱਕ ਸਾਰਾ ਹੀ ਖਾ ਜਾਓ ਇਹਨੂੰ। ਪੈਰਾਂ ਤੋਂ ਸ਼ੁਰੂ ਕਰੋ ਔਰ ਸਿਰ ਤੱਕ ਸਾਰਾ ਹੀ ਖਾ ਜਾਓ। तै छिन लैणे तूरन कीनी। ਇਹ ਸੁਣ ਕੇ ਭਾਈ ਲਹਿਣਾ ਜੀ ਨੇ ਜਿਵੇਂ ਬੜੀ ਕਾਹਲੀ ਨਾਲ ਫੁਰਤੀ ਨਾਲ, ਜਿਵੇਂ ਕਿੱਕਰ ਦੇ ਦਰਖਤ ਤੇ ਚੜੇ ਸੀ ਨਾ ਫੁਰਤੀ ਨਾਲ, ਬਸ ਉਸੇ ਫੁਰਤੀ ਨਾਲ ਕਾਹਲੀ ਕਰਕੇ ਥੱਲੇ ਬੈਠੇ। आयस अनुसारी मत पीनी। ਗੁਰੂ ਸਾਹਿਬ ਜੀ ਦੀ ਆਗਿਆ ਦੇ ਅਨੁਸਾਰ ਮਤ ਭਿੱਜੀ ਹੋਈ ਹੈ। सीत सुवस्त्र उतार जबई। ਜਦੋਂ ਪੈਰਾਂ ਵਾਲੇ ਪਾਸਿਓਂ ਕਾਹਲੀ ਨਾਲ ਕੱਪੜਾ ਚੁੱਕਿਆ, ਚਾਦਰਾ ਚੁੱਕਿਆ, ਚਾਦਰਾ ਚੁੱਕ ਕੇ ਸਾਰੇ ਸਰੀਰ ਤੋਂ ਪਾਸੇ ਹਟਾਇਆ। देखियो सर्ब तिहावल तबई। ਚਾਦਰੇ ਦੇ ਥੱਲੇ ਸਰੀਰ ਹੀ ਦਿਸਦਾ ਸੀ। ਜਦੋਂ ਚਾਦਰਾ ਚੁੱਕਿਆ ਤੇ ਕੀ ਵੇਖਦੇ, ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਪਈ ਹੋਈ ਹੈ ਸਾਰੇ। सत श्री अकाल। ਇਹ ਤਿਹਾਵਲ ਕਹਿੰਦੇ ਆ ਕੜਾਹ ਪ੍ਰਸ਼ਾਦ ਨੂੰ। ਕਹਿੰਦੇ ਕੜਾਹ ਪ੍ਰਸ਼ਾਦ ਉੱਥੇ ਵਰਤ ਰਿਹਾ ਪਿਆ ਹੋਇਆ। ਇੱਕਦਮ ਅਚਰਜ ਹੋ ਗਏ, ਹੈਰਾਨ ਹੋ ਗਏ। तैते नर सम लूथ बनाई। ਕਹਿੰਦੇ ਕੜਾਹ ਪ੍ਰਸ਼ਾਦ ਉਹ ਇਉਂ ਜਾਪਦਾ ਸੀ ਜਿਵੇਂ ਕਿਸੇ ਨਰ ਦੀ ਲੋਥ ਪਈ ਹੋਵੇ। लख अचरज रेओ बिस्माई। ਇਹ ਅਚਰਜ ਵੇਖ ਕੇ ਸਭ ਹੈਰਾਨ ਹੋ ਗਏ। प्रभ के पद पंकज पर परियो। ਭਾਈ ਲਹਿਣਾ ਜੀ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਡਿੱਗ ਪਏ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਏ। हाथ बंद कै बचन उचरियो। ਹੱਥ ਬੰਨ ਕੇ ਭਾਈ ਲਹਿਣਾ ਜੀ ਬੋਲੇ, पार ब्रह्म करतार अपारी। हे पार ब्रह्म, हे करतार, हे गोबिंद, हे गोपाल, हे दयाल लाल, प्राण नाथ अनाथ सखे प्राण। हे प्रभु अकाल पुरख वाहिगुरु जी। एक अंकार सर्व जगकारी। ਏਕ ਅੰਕਾਰ ਸਾਰੇ ਜਗਤ ਦੇ ਕਾਰਨ ਸਵਰੂਪ ਹੋ ਤੁਸੀਂ। कल के नरन उदाहरण कारण। ਕਲੀ ਕਾਲ ਦੇ ਸਾਡੇ ਵਰਗੇ ਨਰਾਂ ਨੂੰ ਉਧਾਰਨੇ ਵਾਸਤੇ ਧਰਿਓ ਦੇ ਕੀਰਤ ਵਿਸਤਾਰਨ। ਆਪ ਜੀ ਨੇ ਇਹ ਸਰੀਰ ਧਾਰਨ ਕੀਤਾ ਹੈ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਦਾ ਵਿਸਥਾਰ ਕਰਨ ਲਈ। ਤੁਮਰੀ ਕੁਦਰਤ ਤੁਮ ਬਨ ਆਈ। ਮਹਾਰਾਜ ਤੁਹਾਡੀ ਕੁਦਰਤ ਤੁਹਾਨੂੰ ਬਣਾਉਂਦੀ ਹੈ, ਤੁਹਾਡੀ ਮਹਿਮਾ ਤੁਹਾਨੂੰ ਬਣਾਉਂਦੀ ਹੈ। ਨੈ ਔਰਨ ਤੇ ਜਾਣੀ ਜਾਈ। ਇਹ ਕਿਸੇ ਹੋਰ ਕੋਲੋਂ ਨਹੀਂ ਜਾਣੀ ਜਾ ਸਕਦੀ। ਤੁਹਾਡੀ ਕੁਦਰਤ ਨੂੰ ਤੁਸੀਂ ਜਾਣੋ ਮਹਾਰਾਜ। ਤੁਹਾਡੀ ਕੁਦਰਤ ਕਿਸੇ ਹੋਰ ਕੋਲੋਂ ਨਹੀਂ ਜਾਣੀ ਜਾ ਸਕਦੀ। ਸੁਣ ਕੇ ਪਰਮ ਪ੍ਰਸੀਦੇ ਦਿਆਲਾ। ਸੁਣ ਕੇ ਭਾਈ ਲਹਿਣਾ ਜੀ ਦੀ ਬੇਨਤੀ ਗੁਰੂ ਬਾਬਾ ਜੀ ਬੜੇ ਪ੍ਰਸੰਨ ਹੋਏ, ਰਹਿਮਤ ਦੇ ਘਰ ਵਿੱਚ ਆਏ। ਦੇਖੀ ਕਰੁਣਾ ਦ੍ਰਿਸ਼ਟ ਵਿਸਾਲਾ। ਆਪਣੀ ਮਹਾਨ ਕਰੁਣਾ ਭਰੀ ਨਿਗਾਹ ਨਾਲ ਭਾਈ ਲਹਿਣਾ ਜੀ ਵੱਲ ਵੇਖਿਆ। ਕਹਿਓ ਜੋ ਮੇਰੋ ਅਹੇ ਸਰੂਪਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਮੇਰਾ ਸਵਰੂਪ ਹੈ ਸੋ ਤੁਮ ਹੈ ਪਰਮ ਅਨੂਪਾ। ਭਾਈ ਲਹਿਣਾ ਜੀ ਮੇਰਾ ਉਹ ਸਵਰੂਪ ਪਰਮ ਅਨੂਪ ਉਪਮਾ ਤੋਂ ਰਹਿਤ ਤੁਸੀਂ ਹੋ ਗਏ ਹੋ। ਘੁੱਟ ਕੇ ਗਲ ਵਕੜੀ ਨਾਲ ਲਿਆ ਕੇ ਗਲ ਵਕੜੀ ਨਾਲ ਲਾ ਕੇ ਆਖਿਆ, ਭਾਈ ਲਹਿਣਾ ਜੀ ਅੱਜ ਤੋਂ ਬਾਅਦ ਮੇਰੇ ਅੰਗਾਂ ਨਾਲ ਮਿਲ ਕੇ ਤੁਸੀਂ ਗੁਰੂ ਅੰਗਦ ਰੂਪ ਹੋ ਗਏ ਹੋ। ਸ੍ਰੀ ਅਕਾਲ। ਤੁਹਾਡੇ ਵਿੱਚ ਔਰ ਮੇਰੇ 'ਚ ਕੋਈ ਭੇਦ ਨਹੀਂ ਰਿਹਾ। ਜਦੋਂ ਸਿੱਖ ਇਸ ਹੱਦ ਤੱਕ ਗੁਰੂ ਹੁਕਮ ਦੀ ਪਾਲਣਾ ਕਰਕੇ ਹੁਕਮੇ ਬੂਝ ਸਮਾਵੈਂਗੀ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਏ, ਫਿਰ ਉਹ ਸਿੱਖ ਗੁਰੂ ਵਿੱਚ ਇੱਕਮਿਕ ਹੋ ਜਾਂਦਾ, ਭੇਦ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਮੇਰਾ ਜੋ ਪਾਵਨ ਸਵਰੂਪ ਹੈ ਸੋ ਤੁਮ ਹਵੈ ਹੈ ਪਰਮ ਅਨੂਪਾ। हे ਭਾਈ ਲਹਿਣਾ ਜੀ ਉਹ ਤੁਸੀਂ ਹੋਵੋਗੇ। ਤੇਰੋ ਰੂਪ ਹੋਏ ਗੋ ਮੋਈ। ਤੇਰਾ ਰੂਪ ਮੇਰਾ ਹੋ ਗਿਆ ਔਰ ਮੇਰਾ ਰੂਪ ਤੇਰਾ ਹੋ ਗਿਆ। ਤੂੰ ਮੈਂ ਹੋ ਗਿਆ ਔਰ ਮੈਂ ਤੂੰ ਹੋ ਗਏ ਹਾਂ। ਐਸੀ ਅਬ ਅਭੇਦਤਾ ਹੋਈ। ਤੁਹਾਡੇ ਵਿੱਚ ਔਰ ਸਾਡੇ ਵਿੱਚ ਹੁਣ ਇਸ ਤਰ੍ਹਾਂ ਦੀ ਅਭੇਦਤਾ ਹੋ ਗਈ ਹੈ, ਇਉਂ ਇੱਕ ਮਿਕਤਾ ਹੋ ਗਈ ਹੈ। ਬਖਸ਼ਿਓ ਸਭ ਜਗ ਤਵ ਪਸਚਾਤੀ। हे ਪੁਰਖਾ ਤੇਰੇ ਚਰਨਾਂ ਪਿੱਛੇ ਸਾਰਾ ਜਗ ਬਖਸ਼ਿਆ ਗਿਆ ਹੈ।
ਜਿੰਨੇ ਸਨ ਤੇਰੇ ਨਾਲ ਆਏ ਹੋਏ, ਜਿਹੜੇ ਭੱਜ ਗਏ ਨੇ, ਨੱਠ ਗਏ ਨੇ, ਉਹ ਵੀ ਤੇਰੇ ਚਰਨਾਂ ਪਿੱਛੇ ਸਭ ਬਖਸ਼ੇ ਗਏ ਨੇ। ਤੂੰ ਨਾ ਸਾਰਿਆਂ ਦਾ ਬਖਸ਼ਣਹਾਰ ਹੋਇਆ। ਭਲੀ ਭਾਂਤ ਵੈ ਹੈ ਬਖਿਆਤੀ, ਭਲੀ ਭਾਂਤ ਤੇ ਸਾਰੇ ਜਗਤ ਵਿੱਚ ਬਖਿਆਤ ਹੋਵੇਗਾ, ਪ੍ਰਗਟ ਹੋਵੇਗਾ। ਸਭ ਸਿੱਖਨ ਕੀ ਰਾਖੀ ਟੇਕਾ, ਪੁਰਖਾ ਤੈਂ ਸਾਰੇ ਸਿੱਖਾਂ ਦੀ ਟੇਕ ਰੱਖ ਲਈ ਹੈ, ਸਾਰੇ ਸਿੱਖਾਂ ਦੀ ਟੇਕ ਤੈਂ ਰੱਖੀ ਹੈ। ਹਿਰਦੇ ਪੂਰਨ ਹੋਏ ਬਬੇਕਾ, ਤੁਹਾਡੇ ਹਿਰਦੇ 'ਚ ਪੂਰਨ ਵਿਵੇਕ ਹੋਵੇਗਾ। ਪਾ ਜਗ ਗੁਰ ਲੈ ਹੈ ਗੁਰਿਆਈ, ਤੁਸੀਂ ਜਦੋਂ ਗੁਰਿਆਈ ਪ੍ਰਾਪਤ ਕਰੋਗੇ, ਸੰਸਾਰ ਦੇ ਗੁਰੂ ਹੋਵੋਗੇ। ਸਿੱਖ ਹੋਏ ਤੁਮਰੇ ਅਧਿਕਾਈ, ਹਜ਼ਾਰਾਂ ਲੱਖਾਂ ਲੋਕ ਆ ਕੇ ਤੁਹਾਡੇ ਸਿੱਖ ਹੋਣਗੇ, ਤੁਹਾਡੀ ਸਿੱਖੀ ਧਾਰਨ ਕਰਨਗੇ। ਪਾ ਅਵਲੰਬ ਭਲੇ ਜਗ ਤਾਰਨ, ਤੁਸੀਂ ਇਹ ਸੰਸਾਰ ਦਾ ਅਵਲੰਬ ਆਸਰਾ ਹੋ, ਇਸ ਜਗਤ ਦੇ ਤਾਰਨਹਾਰ ਹੋ ਗਏ ਹੋ ਭਾਈ ਲਹਿਣਾ ਜੀ। ਸਭ ਸਿੱਖਨ ਜਮ ਜਾਲ ਨਿਵਾਰਨ, ਏ ਗੁਰੂ ਅੰਗਦ ਦੇਵ ਜੀ, ਤੁਸੀਂ ਸੰਸਾਰ ਦੇ ਜਿਤਨੇ ਸਿੱਖ ਨੇ ਉਹਨਾਂ ਦੇ ਜੰਮਾਂ ਦੇ ਜਾਲ ਨੂੰ ਨਿਵਾਰਨੇ ਵਾਲੇ ਹੋ ਗਏ ਹੋ, ਉਹਨਾਂ ਦੀਆਂ ਜੰਮਾਂ ਦੀਆਂ ਫਾਈਆਂ ਨੂੰ ਕੱਟਣੇ ਵਾਲੇ ਹੋ ਗਏ ਹੋ। ਤੁਝ ਸਮਾਨ ਭਵ ਅਪਰ ਨ ਲਖਿਓ, ਤੁਹਾਡੇ ਸਮਾਨ ਇਸ ਜਗਤ ਵਿੱਚ ਅਸੀਂ ਹੋਰ ਕਿਸੇ ਨੂੰ ਨਹੀਂ ਲਖਿਆ। ਤੁਹਾਡੇ ਵਰਗਾ, ਤੁਹਾਡੇ ਜਿਹਾ ਹੋਰ ਕੋਈ ਨਹੀਂ। ਨੀਕੇ ਸਿੱਖੀ ਬੀਰਜ ਰਖਿਓ, ਤੁਸੀਂ ਭਲੀ ਪ੍ਰਕਾਰ ਨਾਲ ਸਿੱਖੀ ਦਾ ਬੀਜ ਰੱਖ ਵਿਖਾਲਿਆ ਭਾਈ ਲਹਿਣਾ ਜੀ। ਤੁਸਾਂ ਨੇ ਸਿੱਖੀ ਦਾ ਬੀਜ ਰੱਖ ਲਿਆ, ਸਿੱਖੀ ਦਾ ਬੀਜ ਰੱਖ ਵਿਖਾਲਿਆ ਹੈ। ਇਸ ਪ੍ਰਕਾਰ ਕੈ ਸੁਖ ਦਾ ਬਾਨੀ, ਸੁਖ ਦਾਤੇ ਬਚਨ ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦ ਚੋਂ ਭਾਈ ਲਹਿਣਾ ਜੀ ਨੂੰ ਕਹੇ, ਕੋਟ ਕੇ ਗਲ ਵਕੜੀ ਨਾਲ ਲਾਇਆ ਤੇ ਵਾਪਸ ਚੱਲ ਪਏ। ਗਮਨ ਕੀਨਪੁਰ ਕੋ ਗੁਨ ਖਾਨੀ, ਨਗਰ ਕਰਤਾਰਪੁਰ ਸਾਹਿਬ ਵੱਲ ਉਜਾੜ ਤੋਂ ਪਾਤਸ਼ਾਹ ਜੀ ਉਸ ਪਾਸੇ ਚੱਲ ਪਏ। ਧਰਮਸਾਲ ਮੈਂ ਆਏ ਬਿਰਾਜੇ, ਕੌਤਕ ਬਾਬਾ ਬੁੱਢਾ ਜੀ ਵਰਗੇ ਕੁਝ ਸਿੱਖ ਜਿਹੜੇ ਓਲੇ ਲੁੱਕੇ ਹੋਏ ਸਭ ਨੇ ਵੇਖਿਆ। ਉਹ ਵੀ ਪਿੱਛੇ ਪਿੱਛੇ ਥੋੜਾ ਜਿਹਾ ਫਰਕ ਪਾ ਕੇ ਸਤਿਗੁਰਾਂ ਦੇ ਨਾਲ ਨਾਲ ਚੱਲ ਪਏ। ਧਰਮਸ਼ਾਲਾ ਵਿੱਚ ਕਰਤਾਰਪੁਰ ਸਾਹਿਬ ਮਹਾਰਾਜ ਜੀ ਆਣ ਬਿਰਾਜੇ। ਜਿਨ ਕੇ ਦਰਸ਼ਨ ਤੇ ਦੁਖ ਭਾਜੇ, ਐਸੇ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਭੱਜ ਜਾਂਦੇ ਹਨ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਨਸ ਜਾਂਦੇ ਹਨ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਐਸੇ ਸੋਹਣੇ ਦਰਸ਼ਨ ਦੇਣ ਵਾਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਆ ਕੇ ਦਰਸ਼ਨ ਦੇਣ ਲੱਗੇ ਹਨ, ਜਿਨ੍ਹਾਂ ਦੇ ਦਰਸ਼ਨ ਕਰਦਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਪਾਤਸ਼ਾਹ ਦੇ ਦਰਸ਼ਨ ਪਰਸ ਕਰਕੇ ਹੀ ਜਨਮ ਮਰਨ ਵਰਗੇ ਦੁੱਖ ਕੱਟੇ ਜਾਂਦੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜਿਵੇਂ ਭਾਈ ਲਹਿਣਾ ਜੀ ਨੂੰ, ਸੰਗਤਾਂ ਨੂੰ, ਗੁਰਸਿੱਖਾਂ ਨੂੰ ਗਿਆਨ ਉਪਦੇਸ਼ ਦੇ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ, ਬੇਨਤੀ ਹੈ 8 ਅਗਸਤ ਨੂੰ ਗੁਰੂ ਕੇ ਬਾਗ ਦਾ ਜੋ ਮੋਰਚਾ 100 ਸਾਲਾ ਸ਼ਤਾਬਦੀ ਦਿਵਸ ਆ ਰਿਹਾ ਹੈ, ਗੁਰੂ ਕੇ ਬਾਗ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਮਹਾਰਾਜ ਜੀ ਦਾ ਸਥਾਨ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੇ ਪੰਥ ਵੱਲੋਂ ਗੁਰੂ ਕੇ ਬਾਗ ਦੇ ਮੋਰਚੇ ਦਾ 100 ਸਾਲਾ ਸ਼ਤਾਬਦੀ ਦਿਵਸ ਗੁਰਮਤਿ ਸਮਾਗਮ ਕਰਵਾ ਕੇ ਮਨਾਇਆ ਜਾ ਰਿਹਾ ਹੈ। ਗੁਰਮਤਿ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਸਿੰਘ, ਪ੍ਰਚਾਰਕ ਸਿੰਘ, ਵਿਦਵਾਨ ਸਿੰਘ ਹਾਜ਼ਰੀਆਂ ਭਰਨਗੇ। ਆਪ ਜੀ ਨੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ। ਔਰ ਇਸ ਸਥਾਨ ਤੇ ਚੱਲ ਰਹੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਇਹ ਲੜੀਵਾਰ ਕਥਾ, ਜੋ ਪਿਛਲੇ ਤਕਰੀਬਨ 10-11 ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਹੈ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਦੀ ਸਮਾਪਤੀ ਔਰ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਦੀ ਆਰੰਭਤਾ 7 ਅਗਸਤ ਦਿਨ ਐਤਵਾਰ ਸ਼ਾਮ ਨੂੰ 5:15 ਤੋਂ 6:15 ਵਜੇ ਤੱਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਦੀਵਾਨ ਹਾਲ ਵਿੱਚ ਹੋਵੇਗੀ। ਆਪ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਦਾ ਸਰਵਣ ਕਰਨਾ ਹੈ ਔਰ ਅਰਦਾਸ ਦੇ ਸਮਾਗਮ ਵਿੱਚ ਹਾਜ਼ਰੀ ਭਰ ਕੇ
ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਦੀ ਸਮਾਪਤੀ ਦੀ ਅਰਦਾਸ ਔਰ ਸ੍ਰੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਆਰੰਭਤਾ ਦੀ ਅਰਦਾਸ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨੀ ਹੈ। ਇਹ ਬੇਨਤੀ ਆਪ ਸਮੂਹ ਸੰਗਤ ਨੇ ਪ੍ਰਵਾਨ ਕਰਨੀ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਏਓ, ਨਾਨਕ ਚਾਓ ਏਓ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਰਾਖੋਈ ਐ ਪਰੋਈ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਓਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।